ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਵੈਰੀ ਗੁੱਡ ਮਾਰਨਿੰਗ। ਥੈਂਕ ਯੂ ਜੀ ਚਾਵਲਾ ਜੀ, ਮਿਹਰਬਾਨੀ। ਸਾਰੇ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਣ। ਜੋਲ ਸਾਹਿਬ, ਇੱਕ ਤਾਂ ਅਸੀਂ ਵੀ ਗੱਲ ਕਰਦੇ ਹਾਂ, ਸਾਨੂੰ ਬਹੁਤ ਸਾਰੇ ਬਾਅਦ 'ਚ ਫੋਨ ਵੀ ਆਉਂਦੇ ਨੇ। ਆਪਾਂ ਉਦੋਂ ਵੀ ਗੱਲ ਕੀਤੀ ਸੀ, ਸਾਨੂੰ ਜਦੋਂ ਭਾਰਤੀ ਕੌਂਸਲੇਟ ਆਫਿਸ ਵੱਲੋਂ ਜਾਂ ਇੰਡੀਆ ਗੌਰਮੈਂਟ ਵੱਲੋਂ ਕੋਈ ਸੂਚਨਾ ਪਹੁੰਚਦੀ, ਅਸੀਂ ਸਾਂਝੀ ਕਰਦੇ ਹਾਂ, ਆਪਣਾ ਦਿਨ ਰਾਤ ਲਾ ਦਿੰਦੇ ਹਾਂ ਪੂਰੀ ਮਿਹਨਤ ਨਾਲ। ਮੈਂ ਤਾਂ ਅੱਧਾ ਪੌਣਾ ਘੰਟਾ 15 ਮਿੰਟਾਂ ਵੀ, ਕਿਉਂਕਿ ਇਨਫੋਰਮੇਸ਼ਨ ਸਾਰੀ ਪਹੁੰਚ ਜਾਵੇ। ਇਹਦੇ ਬਾਵਜੂਦ ਵੀ ਕੁਝ ਵੀਰ ਸਾਡੇ ਤੇ ਸ਼ਿਕਵਾ ਕਿਸੇ ਵੇਲੇ ਇਹੋ ਜਿਹਾ ਵੀ ਕਰਦੇ ਨੇ, ਮਤਲਬ ਜਾਂ ਤਾਂ ਰਾਤ ਨੂੰ ਪੈਗ ਸ਼ੈਗ ਲੱਗਾ ਹੁੰਦਾ ਤੇ ਡਿੱਗੀ ਖੋਤੀ ਤੋਂ ਗੁੱਸਾ ਘਿਮਾਰਦੇ ਹੈ ਨਾ। ਉਹ ਪੇਪਰ ਵਰਕ ਆਪਣਾ ਨਹੀਂ ਵੇਖਿਆ ਹੁੰਦਾ ਵੀ ਪਾਸਪੋਰਟ ਸਾਡਾ ਰੀਨਿਊ ਹੋਣ ਵਾਲਾ, ਜਾਂ ਸਾਨੂੰ ਕੋਈ ਐਮਰਜੈਂਸੀ ਹੈ ਤੇ ਵੀਜ਼ਾ ਲੈਣਾ ਹੈ ਨਾ। ਉਹ ਲਓ ਜੀ, ਬੜੀਆਂ ਬਹਿ ਕੇ ਗੱਲਾਂ ਕਰਦੇ ਹੋ। ਭਾਈ, ਇੰਡੀਅਨ ਅੰਬੈਸੀ ਦੇ ਕੋਲੋਂ ਅਸੀਂ ਜਦੋਂ ਵੀਜ਼ਾ ਲੈਂਦੇ ਹਾਂ ਜਾਂ ਹੋਰਨਾਂ ਕੰਟਰੀਆਂ ਦੇ ਕੋਲੋਂ ਅਸੀਂ ਵੀਜ਼ਾ ਲੈਂਦੇ ਹਾਂ, ਤੇ ਅਸੀਂ ਪਹਿਲਾਂ ਤਿਆਰੀ ਕਰਦੇ ਹਾਂ ਜਾਂ ਨਹੀਂ ਕਰਦੇ? ਜੋਲ ਸਾਹਿਬ ਦੱਸਿਓ ਮੈਨੂੰ। ਦੇਖੋ ਜੀ ਵੀ ਚਾਵਲਾ ਜੀ, ਪਹਿਲੀ ਗੱਲ ਤਾਂ ਇਹ ਦੱਸ ਦਈਏ ਵੀ ਜਾਣੀ ਜਦੋਂ ਆਪਾਂ ਹਜੇ, ਤੁਸੀਂ ਵੀ ਉੱਥੋਂ ਆਏ ਹੋ ਮਾਝੇ ਦੀ ਧਰਤੀ ਤੋਂ, ਮਤਲਬ ਜਿੰਨਾ ਕਿ ਐਕਸਪੀਰੀਅੰਸ ਇਹ ਬਾਹਰ ਆ ਕੇ ਕੀਤਾ ਨਾ, ਵੀ ਅੱਧੀ ਪਚੱਦੀ ਜਾਂ ਅੱਧੀ ਤੋਂ ਵੀ ਜ਼ਿਆਦਾ ਜਾਣੀ ਗੱਲ ਕੋਲੋਂ ਹੀ ਬਣਾ ਕੇ ਫਲਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਆ, ਜਿਹੜੀ ਹੁੰਦੀ ਨਹੀਂ, ਜਿਹਦਾ ਕੋਈ ਬੇਸ ਨਹੀਂ ਹੁੰਦਾ। ਮਤਲਬ ਇਹ ਝੂਠੀਆਂ ਅਫਵਾਹਾਂ ਦੀ ਗੱਲ ਉੱਥੇ ਪੰਜਾਬ 'ਚ ਬਹੁਤ ਸੁਣਦੇ ਸੀ, ਪਰ ਐਕਸਪੀਰੀਅੰਸ ਨਹੀਂ ਸੀ ਕਰੀਦਾ। ਇੱਥੇ ਜਾਣੀ ਕਿ ਮੈਂ ਇੰਨਾ ਐਕਸਪੀਰੀਅੰਸ ਕਰਦੇ ਆ ਇਹ ਚੀਜ਼ਾਂ ਵੀ ਜਾਣੀ ਗਿਣੀ ਮਿੱਥੀ ਸਾਜ਼ਿਸ਼ ਦੇ, ਹਰ ਬੰਦੇ ਦੀ ਆਪਣੀ ਕਹਾਣੀ, ਬੰਦੇ ਦੀ ਵੀ, ਕੁਝ ਗਰੁੱਪਾਂ ਦੀ ਵੀ। ਉਹਨਾਂ ਨੇ ਅੱਧੀ ਗੱਲ ਕੋਲੋਂ ਹੀ ਬਣਾ ਲੈਣੀ ਆ, ਕੋਲੋਂ ਹੀ ਹਨਾ। ਕਦੀ ਉਹਨਾਂ ਨੇ ਉਹਨਾਂ ਨੇ ਕਿਹੜਾ ਸਾਬਤ ਕਰਨਾ, ਬੋਲ ਹੀ ਦੇਣਾ ਹਨਾ ਜੀ, ਸਾਬਤ ਕਰਨਾ ਪਵੇ, ਜਾਂ ਉਹਨਾਂ ਨੇ ਸਾਬਤ ਕਦੀ ਕੁਝ ਕੀਤਾ ਹੋਵੇ ਜੋ ਬੋਲ ਰਹੇ ਆ। ਬਿਲਕੁਲ। ਸੋ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਭਾਈ ਸਾਹਿਬਾਂ ਨੂੰ ਇਹ ਸ਼ਿਕਾਇਤ ਆ ਵੀ ਮੇਰੀ ਐਪਲੀਕੇਸ਼ਨ 'ਚ ਆਹ ਸਪੈਲਿੰਗ ਮਿਸਟੇਕ ਸੀ, ਮੇਰਾ ਪਾਸਪੋਰਟ ਆਹ ਨੁਕਸ ਸੀ, ਏਦਾਂ ਮੈਨੂੰ ਮੋੜਤਾ, ਤੇ ਉਹ ਜਰਾ ਆਪ ਸੋਚ ਲੈਣ ਵੀ ਜੇ ਉਹ ਉਸ ਕੁਰਸੀ ਤੇ ਬੈਠੇ ਹੋਣ ਤੇ ਉਹੀ ਬੰਦਾ ਜਿਹਨੇ ਮੋੜਿਆ ਉਹ ਐਪਲੀਕੇਸ਼ਨ ਉਹਨਾਂ ਕੋਲ ਲੈ ਕੇ ਜਾਵੇ, ਤੇ ਫਿਰ ਕੀ ਜੇ ਕੁਰਸੀ ਤੇ ਉਸ ਬੈਠੇ ਭਾਈ ਸਾਹਿਬ ਨੂੰ ਆਪਣੀ ਨੌਕਰੀ ਨਾਲ ਪਿਆਰ ਆ, ਚਾਹੀਦੀ ਆ, ਫਿਰ ਉਹ ਇਨਕੰਪਲੀਟ ਐਪਲੀਕੇਸ਼ਨ ਵਾਲੇ ਐਪਲੀਕੈਂਟ ਨੂੰ ਮੋੜੂਗਾ ਕਿ ਜਾਂ ਉਹਦੇ ਗਲ 'ਚ ਹਾਰ ਪਾਊਗਾ? ਇਹਦਾ ਜਵਾਬ ਦੇ ਦੇਵੇ ਜੀ। ਮੋੜੂਗਾ, ਡੈਫੀਨਿਟਲੀ ਮੋੜੂਗਾ। ਸੋ ਕੁਰਸੀ ਤੇ ਬੈਠੇ ਬੰਦੇ ਦਾ ਵੀ ਕੋਈ ਕੰਮ ਆ ਨਾ ਜੀ, ਉਹਦੀ ਵੀ ਕੋਈ ਡਿਊਟੀ ਆ। ਜੇ ਹੁਣ ਇਨਕੰਪਲੀਟ ਐਪਲੀਕੇਸ਼ਨ ਨੂੰ ਉਹਨੇ ਮੋੜਨਾ ਨਹੀਂ, ਤੇ ਫਿਰ ਉੱਥੇ ਕਰ ਕੀ ਰਹੀ ਆ ਬੈਠੀ ਹਾਂਜੀ। ਪਰ BLS ਆਫਿਸ ਬਰੈਂਪਟਨ ਦੇ ਵਿੱਚ ਜ਼ਿਆਦਤੀਆਂ ਹੋ ਰਹੀਆਂ, ਇਹ ਗੱਲ ਤਾਂ ਹੁਣ ਮਤਲਬ ਆਮ ਲੋਕਾਂ ਦੀ ਦੰਦ ਕਥਾ ਆ ਨਾ ਜੀ। ਪਰ ਦੂਸਰੇ ਪਾਸੇ ਜਿਹੜੀ ਇਹ ਸਪੈਲਿੰਗ ਮਿਸਟੇਕ ਦਾ ਪ੍ਰਿੰਟ ਆਊਟ ਜੇ ਤੁਸੀਂ ਲੈ ਜਾਓ, ਉਹਦੇ ਵਿੱਚ ਭਾਵੇਂ ਐਡਰੈਸ ਗਲਤ ਹੈ, ਭਾਵੇਂ ਉਹਦੇ ਵਿੱਚ ਪੋਸਟਲ ਕੋਡ ਗਲਤ ਹੈ, ਅਕਸਰ ਜਾਣੀ ਆਨਲਾਈਨ ਇਹ ਆਪ ਐਪਲੀਕੈਂਟ ਨੇ ਭਰਿਆ ਹੁੰਦਾ ਜਾਂ ਉਹਨਾਂ ਦੇ ਬੱਚਿਆਂ ਨੇ ਭਰਿਆ ਹੁੰਦਾ। ਚਲੋ ਬਾਅਦ 'ਚ ਆਪਣੇ ਕੋਲ ਐਕਸਕਿਊਜ਼ ਤੇ ਹੁੰਦਾ ਜੀ ਪਤਾ ਨਹੀਂ ਲੱਗਾ, ਉਹ ਤਾਂ ਠੀਕ ਆ ਜੀ। ਪਰ ਪਤਾ ਨਹੀਂ ਲੱਗਾ ਦਾ ਮਤਲਬ ਇਹ ਆ ਕਿ ਜੋ ਕੁਛ ਆਨਲਾਈਨ ਭਰ ਕੇ ਆਪਾਂ ਸਬਮਿਟ ਕਰ ਦਿੱਤਾ, ਉਹ ਨਾਲ ਦੀ ਨਾਲ ਹੀ ਇੰਡੀਆ 'ਚ ਉੱਥੇ ਟ੍ਰਾਂਸਫਰ ਹੋ ਗਿਆ ਡਾਟਾ। ਹੁਣ ਜਦੋਂ ਇੱਥੇ ਤੁਸੀਂ ਪੇਪਰ ਐਪਲੀਕੇਸ਼ਨ ਲੈ ਕੇ ਜਾਓਗੇ ਦਫ਼ਤਰ ਦੇ ਵਿੱਚ, ਤੇ ਜੇ ਉਹਦੇ ਤੇ ਇਨਫੋਰਮੇਸ਼ਨ ਡਿਫਰੈਂਟ ਅਪਰੂਵ ਕਰਕੇ ਅੱਗੇ ਉਹਨੂੰ ਫਾਰਵਰਡ ਕਰਦੇ ਆ, ਤੇ ਉਹ ਕੌਂਸਲੇਟ ਤੋਂ ਮੁੜਿਆ ਹੋਣਾ ਵੀ ਇਹਦੇ ਵਿੱਚ। ਹੁਣ ਦੂਸਰੇ ਪਾਸੇ ਜੇ ਉਹ ਤੁਸੀਂ ਇਨਕੰਪਲੀਟ ਇਨਫੋਰਮੇਸ਼ਨ ਵਾਲਾ ਫਾਰਮ ਲੈ ਕੇ ਵੀ ਗਏ ਹੋ, ਜੇ ਉਹ ਹੱਥ ਨਾਲ ਵੀ ਉਹਨੂੰ ਕਰੈਕਟ, ਕਈ ਲੋਕ ਕਹਿੰਦੇ ਜੀ ਵੀ ਉਹ ਹੱਥ ਨਾਲ ਕਰ ਦਿੰਦੇ, ਫਿਰ ਮੁੜਿਆ ਕਿਉਂ? ਪਰ ਜੇ ਉਹ ਹੱਥ ਨਾਲ ਕਰ ਵੀ ਦੇਣ, ਕਿਉਂਕਿ ਤੁਸੀਂ ਜਿਹੜਾ ਆਨਲਾਈਨ ਸਬਮਿਟ ਕੀਤਾ ਉਹਨੂੰ ਤੁਸੀਂ ਹੀ ਠੀਕ ਕਰ ਸਕਦੇ ਹੋ ਘਰ ਜਾ ਕੇ। ਜੀ। ਦੂਸਰੀ ਗੱਲ ਇਹ, ਜਦੋਂ ਤੁਸੀਂ ਫਾਈਲ ਤਿਆਰ ਕਰ ਲਈ, ਚੈੱਕ ਨਹੀਂ ਕੀਤੀ, ਰਮਾ ਰਮੀ ਤੁਰ ਪਏ ਕਿਸੇ ਵੇਲੇ। ਹੁਣ ਜਿਹੜਾ ਰਾਤੀ ਵੀਰ ਸਿੰਘ ਫਸਾ ਕੇ ਬੈਠਾ ਸੀ, ਉਹ ਜੀ ਵੇਖਿਓ ਜੀ, ਉਹ ਬਹਿ ਕੇ ਤੁਸੀਂ ਵੱਡੀਆਂ ਉਹਨਾਂ ਨੇ ਉਹ ਗੱਲ ਸੁਣਾਈ। ਇੱਕ ਵਾਰੀ ਕੀ ਹੋਇਆ ਸੀਗਾ ਕਿ ਮੇਰੇ ਮਦਰ ਪੂਰੇ ਹੋਏ, ਤੇ ਉਦੋਂ ਬਾਅਦ ਇੱਕ ਸਾਡਾ ਵੀਰ ਸ਼ਾਇਦ ਸੁਣ ਰਿਹਾ ਹੋਵੇ, ਉਹ ਗਰਮੀਆਂ ਦਾ ਮਹੀਨਾ ਸੀ, ਲੌਂਗ ਵੀਕਐਂਡ ਸੀ, ਆਈ ਥਿੰਕ ਵੀਜ਼ਾ ਅਫਸਰ ਸਰਦਾਰ ਤੀਰ ਸਿੰਘ ਸੀਗੇ, ਤੀਰ ਸਿੰਘ ਜੀ, ਹਾਂਜੀ। ਉਹ ਮੁੰਡੇ ਦਾ ਮੈਨੂੰ ਫੋਨ ਆਇਆ, ਸੰਡੇ ਵਾਲੇ ਦਿਨ ਸ਼ੋਅ ਨਹੀਂ ਸੀ ਹੁੰਦਾ, ਰੋਈ ਜਾਵੇ, ਭਾਜੀ ਮੇਰੀ ਤੁਸੀਂ ਫੋਨ ਚੱਕ ਲਿਆ ਇੰਨਾ ਬੜਾ। ਮੈਂ ਕਿਹਾ ਯਾਰ ਗੱਲ ਕੀ ਹੋਈ, ਦੱਸ, ਰੋਣਾ ਕਰ ਲਈਆਂ। ਕਹਿੰਦੇ ਜੀ ਮੇਰੇ ਮਾਤਾ ਦੀ ਚੜ੍ਹਾਈ ਚੜ੍ਹ ਗਿਆ, ਆਈ ਥਿੰਕ ਮਈ ਜੂਨ ਦਾ ਮਹੀਨਾ ਸੀਗਾ, ਲੌਂਗ ਵੀਕਐਂਡ ਸੀ, ਮੈਨੂੰ ਵੀਜ਼ਾ ਚਾਹੀਦਾ। ਮੈਂ ਕਿਹਾ ਯਾਰ ਕੁਛ ਪ੍ਰੂਫ, ਕੋਈ ਸਬੂਤ ਹੈਗਾ ਕਿ ਮਦਰ ਚੜ੍ਹਾਈ ਕੀਤੀ ਹੈ ਨਾ? ਤੂੰ ਸਿੱਧਾ ਚੱਲ ਜਾਓ, ਦੇ ਦਿੰਦੇ ਨੇ ਵੀਜ਼ਾ। ਆਫਿਸ ਬੰਦ ਸੀਗਾ, ਲੌਂਗ ਵੀਕਐਂਡ ਸੀ। ਹੁਣ ਆਫਿਸਰ ਮਤਲਬ ਇਹ ਨਹੀਂ ਕਿ ਸਾਰੇ ਪੱਥਰ ਦਿਲ ਹੁੰਦੇ ਨੇ। ਸਰਦਾਰ ਤੀਰ ਸਿੰਘ ਉਹਨਾਂ ਨੇ ਫੋਨ ਚੱਕ ਲਿਆ, ਮੈਂ ਫੋਨ ਕੀਤਾ, ਮੈਂ ਕਿਹਾ ਭਾਜੀ ਇੱਦਾਂ ਕਰਕੇ ਮੈਂ ਜਾਣਦਾ ਨਹੀਂ, ਮੁੰਡਾ ਰੋਂਦਾ ਪਿਆ, ਤੁਹਾਡਾ ਧੰਨਵਾਦ ਤੁਸੀਂ ਫੋਨ ਚੱਕ ਲਿਆ।
ਉਹ ਕਹਿੰਦੇ ਸਾਡੀ ਡਿਊਟੀ ਆ ਜੀ। ਫੋਨ ਚੱਕਿਆ ਉਹਨਾਂ ਨੇ, ਮੈਂ ਕਿਹਾ ਜਿੱਦਾਂ ਕਰਕੇ ਆ ਮੁੰਡਾ ਇਹਦਾ ਹੀ ਮਦਰ ਚੜਾਈ ਕਰ ਗਈ, ਇਹਨੇ ਜਾਣਾ ਹੈ। ਉਹ ਕਹਿੰਦੇ ਕੋਈ ਪ੍ਰੂਫ ਸਬੂਤ? ਮੈਂ ਕਿਹਾ ਜੀ ਤੇ ਇਹੀ ਦੇ ਸਕਦਾ, ਹੁਣ ਮੈਨੂੰ ਤਾਂ ਸਰੋਤਾ ਵਾ ਮੇਰਾ ਨਹੀਂ ਰਾਤ ਦੇ ਪ੍ਰੋਗਰਾਮ ਦਾ। ਭਾਜੀ ਉਹਨਾਂ ਨੇ ਕਹਿੰਦੇ ਕਿ ਮੇਰਾ ਤਾਂ ਡਰਾਈਵਰ ਵੀ ਚਲ ਗਿਆ। ਮੈਂ ਇੱਕ ਗੱਲ 100 ਵਾਰੀ ਬੋਲੂੰਗਾ ਤੇ ਇਹੀ ਬੋਲੂੰਗਾ, ਸੱਚੀ ਆ, ਮੇਰੇ ਤਾਂ ਡਰਾਈਵਰ। ਮੈਂ ਕਿਹਾ ਚਲੋ ਕੋਸ਼ਿਸ਼ ਕਰੋ ਮੈਂ ਆ ਜਾਣਾ, ਤੁਹਾਨੂੰ ਘਰੋਂ ਪਿਕ ਕਰਕੇ ਦਾ ਸਾਰ ਦੋ ਚਾਰਾ ਰੋਈ ਜਾਂਦਾ, ਮਾਂ ਤੇ ਮਾਂ ਹੀ ਆ ਨਾ। ਭਾਜੀ ਉਹਨਾਂ ਨੇ ਕਿਹਾ ਕਿ ਮੈਂ ਕੁੜਤੇ ਪਜਾਮੇ 'ਚ ਆਊਂਗਾ, ਮੈਂ ਟੈਕਸੀ ਲੈ ਕੇ ਜਾਣਾ ਉਹਨਾਂ ਨੂੰ, ਕਿਉਂਕਿ ਤੁਸੀਂ ਉੱਥੇ ਆ ਜਾਵੇ। ਮੈਂ ਕੱਪੜੇ ਪਾਏ ਹੋਣਗੇ ਤੇ ਉਹਨਾਂ ਨੇ ਉਹਦਾ ਉੱਥੋਂ ਥੱਲੇ ਖੁੱਲ੍ਹਾ ਹੀ ਹੁੰਦਾ ਮੇਰੇ ਖਿਆਲ ਦੇ ਵਿੱਚ ਉਹ ਜਿਹੜਾ ਪੋਸਟ ਆਫਿਸ, ਤੇ ਉਹਦਾ ਵੀਜ਼ਾ 1 ਘੰਟੇ ਦੇ ਪੌਣੇ ਤੇ ਘੰਟੇ 'ਚ ਦੇ ਦਿੱਤਾ। ਹੁਣ ਵੀ ਤੁਹਾਨੂੰ ਐਮਰਜੈਂਸੀ ਹੈ ਤਾਂ ਇੰਡੀਅਨ ਕੌਂਸਲੇਟ ਵਾਲਿਆਂ ਨਾਲ ਜਦੋਂ ਗੱਲ ਕਰੀ ਦੀ, ਉਹ ਕਹਿੰਦੇ ਐਮਰਜੈਂਸੀ ਤਾਂ ਅਸੀਂ ਉਸ ਵੇਲੇ ਵੀਜ਼ਾ ਦਿੰਦੇ ਹਾਂ, ਪਰ ਐਮਰਜੈਂਸੀ ਕਿੰਨਿਆਂ ਕੁ ਨੂੰ ਆ ਸਾਨੂੰ ਇਹ ਪਤਾ ਵੀ ਹੁੰਦਾ, ਜਾਣਾ ਤਾਂ ਅਸੀਂ ਵਿਆਹ ਤੇ ਹੁੰਦਾ, ਤੇ ਐਮਰਜੈਂਸੀ ਦਾ ਅਸੀਂ ਬਹਾਨਾ ਬਣਾ ਕੇ ਝੂਠ ਬੋਲ ਕੇ ਵੀ ਫਿਰ ਵੀ ਉਹ ਦੇਈ ਜਾਂਦੇ ਨੇ। ਫਿਰ ਵੀ ਸਾਡੇ ਗੱਲ ਹੀ ਗੱਲ ਪਏ ਨੇ, ਸਾਡਾ ਤੇ ਕਸੂਰ ਭਾਈ ਇੰਨਾ ਕਿ ਇਨਫੋਰਮੇਸ਼ਨ ਆਉਂਦੀ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ। ਕਿਉਂ ਜੀ? ਪਰ ਝੂਠ ਬੋਲਦੇ ਆ ਕੈਨੇਡੀਅਨ ਪਾਸਪੋਰਟ ਜੇਬ 'ਚ ਪਾ ਕੇ। ਕੈਨੇਡੀਅਨ ਪਾਸਪੋਰਟ ਇੱਕ ਕਿਰਦਾਰ ਦਾ ਨਾਂ ਆ, ਇਹ ਸਾਡਾ ਦਿਮਾਗ ਦਾ ਕਵਾੜਾ ਕੂੜਾ ਉਹੀ ਆ ਵਿੱਚ। ਤੁਸੀਂ ਝੂਠੀਆਂ ਐਪਲੀਕੇਸ਼ਨ ਸਾਰੀ ਉਮਰ ਲਾਈ ਜਾਣੀਆਂ। ਜੀ ਜੀ ਜੀ। ਕੈਨੇਡੀਅਨ ਸਿਟੀਜ਼ਨ ਬਣ ਕੇ ਵੀ ਨਹੀਂ ਸਿੱਧੇ ਹੋਣਾ। ਚਲੋ ਪਹਿਲਾਂ ਤੇ ਮਜਬੂਰੀਆਂ ਦੀਆਂ ਤੁਸੀਂ ਮੂੰਗਲੀਆਂ ਕੱਚ ਚੋਂ ਕੱਢ ਲਈਆਂ, ਉਹ ਠੀਕ ਆ, ਪਰ ਸਿਟੀਜ਼ਨ ਬਣ ਕੇ ਤੇ ਸਿੱਧੇ ਰਾਹ ਤੁਰ ਪਈਏ। ਬਿਲਕੁਲ ਬਿਲਕੁਲ ਬਿਲਕੁਲ। ਗੱਲ ਇਹ ਆ ਜੀ, ਹੁਣ ਤਾਂ ਉਹਨਾਂ ਨੇ ਵਿੱਚ ਓਲੇ ਦੀ ਕਹਿ ਲਓ ਵੀ ਵਿਚੋਲੇ ਦੀ ਗੱਲੀ ਨਿਬੇੜੀ ਹੋਈ ਆ ਵੀ ਇੱਕ ਨੰਬਰ ਦਿੱਤਾ ਹੈ, ਕਿਸੇ ਨੂੰ ਐਮਰਜੈਂਸੀ ਹੋਊਗੀ ਉਸ ਨੰਬਰ ਤੇ ਫੋਨ ਕਰ ਦਿਓ ਤੇ ਉਹ ਅਟੈਂਡ ਕਰਦੇ ਨੇ। ਉਹਦਾ ਇੱਕ ਪ੍ਰੋਸੈਸ ਆ, ਸਾਰਿਆਂ ਨੂੰ ਪਤਾ ਹੁਣ। ਦੂਸਰਾ, ਜਿਹਦੀ ਕੋਈ ਮਾਂ ਪਿਓ ਕੋਈ ਫੈਮਿਲੀ 'ਚ ਡੈਥ ਹੋ ਗਈ ਆ, ਕੋਈ ਜ਼ਮੀਰ ਮਰੀ ਵਾਲਾ ਹੀ ਕਹੂਗਾ ਵੀ ਮੇਰੇ ਘਰ ਦਾ ਜੀ ਮਰ ਗਿਆ। ਜੇ ਨਹੀਂ ਮਰਿਆ ਤਾਂ ਇਸ ਕਰਕੇ ਇਸ ਕੇਸ ਦੇ ਵਿੱਚ ਕਈ ਵਾਰੀ ਉਹ ਬਿਨਾਂ ਸਬੂਤ ਤੋਂ ਵੀ ਵੀਜ਼ਾ ਲਾਉਂਦੇ ਆ। ਜਿਹਦੇ ਘਰ ਦੀ ਮਾਂ ਜੀ ਕੋਈ ਜੀ ਮਰਿਆ ਨਾ, ਉਹਦੀ ਸ਼ਕਲ ਦੱਸ ਦੇਗੀ। ਮੈਂ ਕਹਿੰਦਾ ਪਿੱਟ ਰਿਹਾ ਹੁੰਦਾ ਉਹ ਕਿਆ। ਸੋ ਇਸ ਕਰਕੇ ਕੋਈ ਮਰੀ ਜ਼ਮੀਰ ਹੀ ਕਹੂ ਵੀ ਮੇਰੀ ਮਾਂ ਮਰ ਗਈ ਆ, ਅਸਲ 'ਚ ਜਾਣਾ ਹੋਵੇ ਜੇ ਵਿਆਹ ਤੇ। ਪਰ ਦੂਜੇ ਪਾਸੇ ਜਿਹੜਾ ਬਰੈਂਪਟਨ ਵਾਲਾ ਆਫਿਸ ਆ, ਉਹਦੀਆਂ ਜਿਹੜੀਆਂ ਸ਼ਿਕਾਇਤਾਂ ਨੇ ਉਹ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਨੇ, ਜਿਹੜੀਆਂ ਕਿ ਕੌਂਸਲੇਟ ਆਫਿਸ ਤੱਕ ਤੁਸੀਂ ਆਪ ਵੀ ਪਹੁੰਚਾਓ, ਈਮੇਲ ਕਰੋ ਉਹਨਾਂ ਨੂੰ। ਜੇ ਤੁਸੀਂ ਐਪਲੀਕੇਸ਼ਨ ਭਰ ਸਕਦੇ ਹੋ, ਘਰੇ ਬੈਠਾ ਹੋਇਆ ਤੁਹਾਡਾ ਬੱਚਾ ਜਿਹੜਾ ਹੈ ਉਹਨੂੰ ਈਮੇਲ ਕਰੋ, ਆਪਣੀ ਤੁਹਾਡੀ ਪ੍ਰੂਫ ਹੋਵੇ, ਸਬੂਤ ਹੋਵੇ, ਤਾਂ ਕਿ ਉਹ ਵੀ ਅਗਲਿਆਂ ਨੂੰ ਕੁਝ ਕਹਿ ਸਕਦੇ ਹੋਣ ਵੀ ਤੁਹਾਡੀਆਂ ਸ਼ਿਕਾਇਤਾਂ ਆ ਰਹੀਆਂ ਨੇ, ਚੀਜ਼ਾਂ ਸੁਧਾਰਨ ਦੀ ਲੋੜ ਹੈ। ਇਹ ਵੀ ਹੈ ਕਿ ਕਈਆਂ ਥਾਵਾਂ ਦੇ ਉੱਤੇ ਪਾਸਪੋਰਟ ਜਿਹੜੇ ਨੇ ਉਹ ਸਿੱਧੇ ਜਿਹੜੇ ਨੇ ਹੱਥੋਂ ਹੱਥੀ ਲੈ ਰਹੇ ਨੇ, ਕਈਆਂ ਦੇ ਨਹੀਂ ਲੈ ਜਾ ਰਹੇ, ਔਰ ਮਾੜੀ ਜਿਹੀ ਟਿਕ ਮਾਰਕ ਗਲਤੀ ਹੁੰਦੀ ਹੈ ਤੇ ਉਹ ਕਾਫੀ ਰਗੜਾ ਲੱਗ ਰਿਹਾ। ਇਹ ਕਾਫੀ ਵੀਰ ਫੋਨ ਕਾਲ ਕਰਦੇ ਨੇ, ਪਰ ਸਾਡੇ ਨਾਲ ਸਿੰਘ ਵਸਾਉਣ ਵਾਲੇ ਉਹ ਪੈਗ ਲਾ ਕੇ ਰਾਤ ਨੂੰ, ਭਾਈ ਸਾਡਾ ਕਸੂਰ ਇਹ ਹੈ ਕਿ ਅਸੀਂ ਇਨਫੋਰਮੇਸ਼ਨ ਦੇਣੀ ਬੰਦ ਕਰ ਦਈਏ ਤੁਹਾਨੂੰ। ਹਾਂਜੀ ਨਹੀਂ, ਉਹ ਚਲੋ ਹੰਕਾਰੀ ਤਬੀਅਤ ਦੀ ਨਿਸ਼ਾਨੀ ਹੁੰਦੀ ਹੈ, ਪਰ ਦੂਸਰੇ ਪਾਸੇ ਚਾਵਲਾ ਜੀ ਇਸ ਤਰ੍ਹਾਂ ਹੈ ਕਿ ਭਈ ਹੁਣ ਜਿਹੜੀ ਅਸੀਂ ਆਪਣੇ ਜਰਨਲਿਜ਼ਮ ਦੇ ਕੈਰੀਅਰ ਦੇ ਵਿੱਚ ਰੱਖਿਆ ਆਪਣਾ ਅਸੂਲ ਵੀ ਜਿਹੜੀ ਗੱਲ ਹੈਗੀ ਆ ਉਹ ਕਰਨੀ ਆ। ਜੀ ਜੀ। ਜੇ ਉਹਨਾਂ ਵਿੱਚ ਕੋਈ ਸਿਫਤ ਵਾਲੀ ਗੱਲ ਆ, ਉਹ ਅੱਛਾ ਸਰਵ ਕਰ ਰਹੇ ਆ ਲੋਕਾਂ ਨੂੰ, ਤੇ ਫਿਰ ਨਹੀਂ ਕਹਿਣਾ ਵੀ ਉਹ ਨਹੀਂ ਕਰ ਰਹੇ ਆ। ਜੀ ਜੀ। ਤੇ ਜੇ ਹੁਣ ਆ ਕੈਂਪ ਲਾ ਕੇ ਗਏ ਹੀ ਆ ਨਾ ਜੀ ਵੀਕਐਂਡ ਦੇ, ਹਨਾ, ਸੋ ਕਹਿਣ ਦਾ ਮਤਲਬ ਇਹ ਆ ਵੀ ਜੇ ਸਾਡੇ 'ਚ ਕੋਈ ਨੁਕਸ ਆ ਤੇ ਉਹ ਵੀ ਆਪਾਂ ਕੱਢ ਲਈਏ, ਤੇ ਉਹਨਾਂ ਦੇ ਤਾਂ ਚਲੋ ਸਾਰੀ ਉਮਰ ਆਪਾਂ ਕੱਢੀ ਹੀ ਜਾਂਦੇ ਆ, ਉਹਨਾਂ ਦੇ ਵੀ ਕੱਢ ਲਈਏ। ਉਹਨਾਂ ਦੇ ਤੁਹਾਡੇ ਵੱਲੋਂ ਕੱਢਣ ਕਰਕੇ ਸ਼ਾਇਦ ਹੁਣ ਬਹੁਤ ਸਾਰੇ ਨੁਕਸ ਦੂਰ ਹੋ ਵੀ ਗਏ ਆ। ਪਰ ਜੇ ਉਹਨਾਂ ਦੀ ਸਹੀ ਗੱਲ ਨੂੰ ਅਸੀਂ ਸਹੀ ਕਹਿੰਦੇ ਆ, ਇਹਦਾ ਮਤਲਬ ਇਹ ਨਹੀਂ ਕਿ ਸਾਡੀ ਉਹਨਾਂ ਨਾਲ ਕੋਈ ਸਾਂਝ ਪਿਆਲੀ ਆ। ਅਸੀਂ ਜਰਨਲਿਜ਼ਮ ਦੇ ਕੈਰੀਅਰ 'ਚ ਆਪਣੀ ਡਿਊਟੀ ਕਰ ਰਹੇ ਆ, ਨਾ ਤੁਹਾਡੇ ਆ ਨਾ ਉਹਨਾਂ ਦੇ, ਉਹਨਾਂ ਦੇ ਵਿਚਾਲੇ ਇੱਕ ਪੁਲ ਆ। ਬਿਲਕੁਲ ਸਹੀ ਗੱਲ ਕਿਹਾ, ਬਿਲਕੁਲ ਸਹੀ। ਉਹ ਨਿਰਪੱਖ ਪੱਕਾ ਪੁਲ ਹੈ, ਪੱਕਾ। ਮਨ ਘੜਤ ਗੱਲ ਨਹੀਂ ਬਣਾਉਣੀ। ਇੰਡੀਆ ਗਵਰਨਮੈਂਟ ਦੇ ਏਜੰਟ ਤੇ ਫਲਾਨਾ ਟਿਮਕਾ ਇਹ ਗੱਲਾਂ ਅਸੀਂ ਬਾਹਰ ਆ ਕੇ ਸੁਣੀਆਂ ਵੀ ਲੋਕ ਮਨ ਘੜਤ ਗੱਲਾਂ ਕੋਲੋਂ ਬਣਾਉਂਦੇ ਆ। ਬਿਲਕੁਲ ਠੱਪੇ ਤਾਂ ਲੱਗਦੇ ਆ ਜੀ। ਮੈਨੂੰ ਨਹੀਂ ਲੱਗਦਾ ਵੀ ਇਹੋ ਜਿਹੇ ਲੋਕ ਕਿਸੇ ਸਵਰਗ ਦੀ ਆਸ ਵੀ ਰੱਖਣ, ਜਾਂ ਉਹਨਾਂ ਨੂੰ ਸਵਰਗ ਮਿਲਦਾ ਹੋਊਗਾ ਮਰਨ ਤੋਂ ਬਾਅਦ। ਜਿਹੜੇ ਝੂਠੇ ਇਲਜ਼ਾਮ ਲਾਉਂਦੇ ਆ ਮੀਡੀਆ ਦੇ ਉੱਤੇ, ਜਿਹੜੇ ਕਿ ਇਨਸਾਫ ਨਾਲ ਆਪਣਾ ਸੱਚਾ ਕੰਮ ਕਰ ਰਹੇ ਆ, ਇਹ ਭਾਰਤ ਸਰਕਾਰ ਦੇ ਪਿੱਠੂ ਤੇ ਏਜੰਟ ਹੈ। ਬਿਲਕੁਲ, ਚਲੋ ਠੀਕ ਹੈ ਜੀ। ਖੁਦ ਹੋਣਗੇ ਜਾਂ ਹੋਣਗੀਆਂ, ਕਿਸੇ ਨੇ ਕਦੀ ਕੋਈ ਸਾਬਤ ਨਹੀਂ ਕੀਤਾ। ਬਿਲਕੁਲ ਸਵਰਗ ਨਹੀਂ ਮਿਲੂਗਾ ਐਸੇ ਵਿਅਕਤੀ ਨੂੰ ਜਿਹੜਾ ਝੂਠਾ ਪ੍ਰਚਾਰ ਕਰਨ ਦਾ ਜ਼ਿੰਮੇਵਾਰ ਹੈ। ਸਵਰਗ ਚਲੋ ਉਹ ਇੱਥੇ ਸਵਰਗ 'ਚ ਹੀ ਰਹਿ ਰਹੇ ਨੇ। ਅੱਛਾ, ਆਪਾਂ ਗੱਲ ਕਰੀਏ ਗੰਦਗੀ ਹੈ, ਕੱਲ ਉਹਦਾ ਸਵਰਗ ਹੈ। ਜੀ ਜੀ ਬਿਲਕੁਲ, ਮਨਾਂ 'ਚ ਗੰਦਗੀ ਹੈ। ਬਾਬਾ ਵੀ ਕਹਿੰਦਾ ਨਾ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ। ਮੈਲ ਤੇ ਉਹਨੇ ਕਹੀ ਨਹੀਂ, ਮੈਲ ਤੇ ਧੋਤੀ ਜਾਂਦੀ ਆ। ਫਲਾਨਾ ਏਜੰਟ ਫਲਾਨਾ ਔਰ ਪਿੱਠੂ, ਉਹਨੂੰ ਕੋਈ ਲਿਆ ਸਬੂਤ ਤੇਰੇ ਕੋ ਕੀ ਆ। ਬਿਲਕੁਲ ਬੋਲ ਹੀ ਦੇਣਾ ਨਾ ਮੂੰਹ ਚੋਂ, ਜੋ ਅਸੀਂ ਵੀ ਬੋਲ ਦਿੰਦੇ ਕੁਝ। ਫਿਰ ਜੇ ਵੀਰੋ ਤੁਹਾਡੇ ਨਾਲ ਕੋਈ ਹੋ ਰਿਹਾ ਵੱਧ ਘੱਟ, ਤੇ ਤੁਸੀਂ CGI ਦੇ ਵੈਬਸਾਈਟ ਤੇ ਜਾ ਕੇ ਉਹਨਾਂ ਨੂੰ ਈਮੇਲ ਕਰੋ ਕਿ ਆਹ ਪ੍ਰੋਬਲਮ ਹੈ, ਆਪੇ ਸੁਧਾਰ ਆਊਗਾ। ਜੇ ਸੁਧਾਰ ਲਿਆਉਣਾ ਤੇ ਦੂਜੇ ਦੇ ਮੋਢੇ ਤੇ ਰੱਖ ਕੇ ਚਲਾਉਣੀ ਆ, ਤੇ ਫਿਰ ਬਈ ਜਦੋਂ ਆਪਾਂ
ਅਮਰੀਕਾ ਦਾ ਵੀਜ਼ਾ ਅਪਲਾਈ ਕਰਦੇ ਉਦੋਂ ਤਾਂ ਸਾਨੂੰ ਪਤਾ ਵੀ ਇਹਨਾਂ ਨੇ 2-3 ਹਫ਼ਤੇ ਲਾਉਣੇ ਆ, 4 ਹਫ਼ਤੇ ਅਪਾਇੰਟਮੈਂਟ ਦੇਣੀ ਆ, ਫਿਰ ਸਾਨੂੰ ਵੀਜ਼ਾ ਮਿਲਣਾ ਜਾਂ ਨਹੀਂ ਮਿਲਣਾ। ਭਾਈ ਇਹ ਵੀ ਕੰਟਰੀ ਹੈ ਇੱਕ, ਇਹਦਾ ਵੀ ਪ੍ਰੋਸੀਜਰ ਆ। ਤੁਸੀਂ ਐਨ ਮੌਕੇ ਤੇ ਕਾਚੂ ਮੂੰਗਲੀ ਕੱਢ ਕੇ ਮਾਰੋਗੇ ਤਾਂ ਅਗਲਿਆਂ ਕੋਲ ਵੀ ਤਾਂ ਹਜ਼ਾਰਾਂ ਫਾਈਲਾਂ ਪਹਿਲਾਂ ਪਈਆਂ ਨੇ, ਉਹ ਵੀ ਤਾਂ ਲਾਈਨ 'ਚ ਲੱਗੇ ਹੋਏ ਨੇ। ਅਸੀਂ ਪਹਿਲਾਂ ਤਿਆਰੀ ਕਿਉਂ ਨਹੀਂ ਕਰਦੇ? ਅਸੀਂ ਪਹਿਲਾਂ ਆਪਣਾ ਪਾਸਪੋਰਟ ਚੈੱਕ ਕਿਉਂ ਨਹੀਂ ਕਰਦੇ? ਜੇ ਪਹਿਲਾਂ ਆਪਣਾ ਵੀਜ਼ਾ ਕਿਉਂ ਨਹੀਂ ਚੈੱਕ ਕਰਦੇ? ਜੇ ਅਸੀਂ ਜਾਣਾ ਹੀ ਆ, ਐਮਰਜੈਂਸੀ ਆ ਤਾਂ ਜ਼ਰੂਰ ਡੈਫੀਨੇਟਲੀ ਉਹ ਤੁਹਾਨੂੰ ਨਾਮ ਹੀ ਨਹੀਂ ਕਰਦੇ, ਦਿਓ ਪ੍ਰੂਫ ਤੇ ਲੈ ਲਓ। ਅੱਛਾ, ਭਾਰਤ ਸਰਕਾਰ ਨੇ ਜਦੋਂ ਇੱਥੇ ਵੇਖੋ ਮਾੜਾ ਜਿਹਾ ਜਦੋਂ ਹੋਇਆ ਸੀਗਾ ਆਪਣਾ ਆਪਣੇ ਟਰੱਕਰਸ ਵਾਲਿਆਂ ਦਾ ਇੱਕ ਐਡਵਾਈਜ਼ਰੀ ਜਾਰੀ ਕੀਤੀ ਸੀ, ਆਪਾਂ ਸਵੇਰੇ ਸ਼ਾਮ 7 ਦਿਨ ਬੋਲਦੇ ਰਹੇ ਵੀ ਨਾ ਜਾਇਓ ਉਹਨਾਂ ਏਰੀਆ ਦੇ ਵਿੱਚ, ਟਰੈਵਲ ਕਰਨ ਤੋਂ ਬੈਨ ਕਰ ਦਿੱਤਾ ਹੈ। ਇਹ ਹੁੰਦਾ ਵਾ ਸੈਨਤ ਇਸ਼ਾਰਾ, ਹੈ ਨਾ, ਹੁਣ ਉਹ ਕੱਲੇ ਦੀ ਬਾਂਹ ਫੜਨ ਤੋਂ ਰੋਕ ਕੇ ਨਾ ਰਹੇ। ਇਵੇਂ ਹੀ ਮਤਲਬ ਯੂਕਰੇਨ ਤੇ ਰੂਸ ਦੇ ਵਿੱਚ ਮੇਰੇ ਖਿਆਲ 'ਚ 3 ਮਹੀਨੇ 2 ਮਹੀਨੇ ਪਹਿਲਾਂ ਜਦੋਂ ਉਹਨਾਂ ਨੂੰ ਲੱਗਾ ਕਿ ਵਾਕਈ ਤੈਅ ਹੈ, ਤੇ ਉਹਨਾਂ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਸੀ, ਸਟੂਡੈਂਟ ਨਿਕਲ ਆਓ, ਜਿਹੜੇ ਬੜੇ ਜ਼ਰੂਰੀ ਜਿਨ੍ਹਾਂ ਦਾ ਕੰਮ ਨਹੀਂ ਰੁਕਦਾ ਨਹੀਂ ਹੁੰਦਾ ਉਹ ਉੱਥੇ ਰਹਿ ਸਕਦੇ, ਬਾਕੀ ਨਿਕਲ ਆਓ। ਬਾਰ-ਬਾਰ ਮੈਨੂੰ ਤੇ ਪਤਾ ਕਿ ਮੈਂ ਖਬਰਾਂ ਪੜ੍ਹੀਆਂ, ਭਾਰਤ ਸਰਕਾਰ ਦੇ ਨੁਮਾਇੰਦਿਆਂ ਨੇ ਬੋਲਿਆ, ਧੜਾ-ਧੜ ਬੋਲਿਆ, ਪਰ ਇਹਦੇ ਬਾਵਜੂਦ ਵੀ ਕੁਝ ਉੱਥੇ ਡਟੇ ਰਹੇ, ਕੁਝ ਨਹੀਂ ਹੋਣ ਵਾਲਾ, ਕੁਝ ਨਹੀਂ ਹੋਣਾ, ਕਿਉਂਕਿ ਪੁਤਨ ਕਹਿੰਦਾ ਸੀ ਕਿ ਮੈਂ ਹਮਲਾ ਕਰਨਾ ਹੀ ਨਹੀਂ। ਹਰ ਵਾਰੀ ਉਹਦਾ ਨਾਲ ਇਹ ਸਟੇਟਮੈਂਟ ਆਉਂਦੀ ਸੀ ਕਿ ਅਸੀਂ ਹਮਲਾ ਨਹੀਂ ਕਰਨਾ, ਅਸੀਂ ਤੇ ਟੇਬਲ ਤੇ ਬਹਿ ਕੇ ਗੱਲ ਕਰਨੀ ਹੈ। ਪਰ ਹੁਣ ਜੋ ਹਾਲਾਤ ਨੇ ਉੱਥੋਂ ਦੇ ਲੋਕ ਵੀ 5 ਲੱਖ ਤੋਂ ਉੱਤੇ ਜਿਹੜੇ ਨੇ ਉਹ ਛੱਡ ਗਏ ਨੇ ਯੂਕਰੇਨ। ਇਹ ਨਹੀਂ ਕਿ ਇਕੱਲਾ ਯੂਕਰੇਨ ਦੇ ਵਿੱਚ ਹੀ ਜਿਹੜੀ ਹੈ ਤਬਾਹੀ ਹੈ, ਰੂਸ ਦੇ ਵੀ ਸਿੱਕ ਮੋਟਾ ਲੱਗਾ। ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋਣ ਦੀ ਖਬਰ ਹੈ, ਔਰ ਕੁਝ ਵੀਡੀਓ ਜਿਹੜੀਆਂ ਨੇ ਉਹ ਆਈਆਂ ਨੇ, ਲੜਕੀਆਂ ਵੱਲੋਂ ਵੀ ਪਾਈਆਂ ਗਈਆਂ ਨੇ, ਰੋ ਰਹੀਆਂ ਨੇ, ਕਰਲਾ ਰਹੀਆਂ ਨੇ। ਇਹ ਸਾਰੇ ਘਟਨਾਕ੍ਰਮ ਤੇ ਮੈਂ ਤੁਹਾਡਾ ਪ੍ਰਤੀਕਰਮ ਲੈਣਾ ਚਾਹੁੰਦਾ। ਦੇਖੋ ਚਾਵਲਾ ਜੀ, ਜੋ ਕੁਛ ਇਹ ਵਾਪਰ ਰਿਹਾ ਹੈ, ਬੜੇ ਇਸ ਵੇਲੇ ਕੋਸ਼ਿਸ਼ਾਂ ਯਤਨ ਹੋ ਰਹੇ ਆ, ਪਰ ਕੁਝ ਇਮੋਸ਼ਨਲ ਇਸ ਤਰ੍ਹਾਂ ਦੀਆਂ ਅਨਾਉਂਸਮੈਂਟਸ ਵੀ ਆ ਰਹੀਆਂ ਹੈ ਕਿ ਜਿਨ੍ਹਾਂ ਨੇ ਆਪਣੇ ਨਿਆਣੇ ਤਾਂ ਲੁਕੋਏ ਹੋਣਗੇ, ਹਨਾ ਜੀ, ਵੀ ਹੁਣ ਜੰਗ ਲੱਗੀ ਹੋਵੇ ਜਾਂ ਤੇ ਹੋਵੇ ਕੋਈ ਲੀਡਰ ਕਵੇ ਵੀ ਮੈਂ ਲੈਣਾ ਟਿਕਟ ਤੇ ਆ ਮੇਰੇ ਬੱਚੇ ਵੀ ਨਾਲ ਚੱਲੇ ਆ, ਤੇ ਇਹ ਜਿਹੜੇ ਉੱਥੇ ਪੜ੍ਹ ਰਹੇ ਤੇ ਪੜ੍ਹ ਰਹੀਆਂ ਇਹਨਾਂ ਨੂੰ ਵੀ ਨਾਲ ਹੀ ਲਊਂਗਾ ਤੇ ਮੈਂ ਜੰਗ 'ਚ ਪੁੱਜੂਗਾ। ਹਾਂ, ਬਿਲਕੁਲ। ਅੱਛਾ, ਆਪ ਲੁਕਣਾ ਤੇ ਦੂਜਿਆਂ ਨੂੰ ਕਹਿਣਾ ਵੀ ਡਰ ਜਾਓ। ਹੁਣ ਦੇਖੋ, ਨਾ ਤੇ ਉਹ ਯੂਕਰੇਨ ਦੇ ਸਿਟੀਜ਼ਨ ਆ, ਯੂਕਰੇਨ ਦੇ ਲਈ ਉਹਨਾਂ ਦਾ ਕੰਟਰੀਬਿਊਸ਼ਨ ਆ ਵੀ ਉੱਥੇ ਆਪਣੇ ਫੀ ਪੇ ਕਰਕੇ ਅਗਲੇ ਪੜ੍ਹਾਈ ਕਰਨ ਗਏ ਆ। ਸਿਟੀਜ਼ਨ ਉਹ ਕਿਸੇ ਹੋਰ ਕੰਟਰੀ ਦੇ ਆ। ਯੂਕਰੇਨ ਪ੍ਰਤੀ ਉਹਨਾਂ ਦੀ ਰਿਸਪੌਂਸਿਬਿਲਿਟੀ ਕੋਈ ਨਹੀਂ। ਇਹ ਠੀਕ ਹੈ ਕਿ ਅਸੀਂ ਭਾਈ ਕਨ੍ਹਈਆ ਜੀ ਦਾ ਇਤਿਹਾਸ ਦੇਖ ਕੇ ਜੇ ਕਿਸੇ ਦੇ ਮਨ 'ਚ ਜੋਸ਼ ਆਵੇ ਤਾਂ ਠੀਕ ਹੈ, ਪ੍ਰੇਰਨਾ ਆਵੇ, ਵੈਲਕਮ ਹੈ, ਪਰ ਨਹੀਂ ਵੀ ਆਵੇ ਤੇ ਅਸੀਂ ਉਹਨਾਂ ਨੂੰ ਰਿਪੋਕ ਨਹੀਂ ਕਹਿ ਸਕਦੇ ਵੀ ਹੁਣ ਇਹ ਨੱਸ ਰਹੇ ਘਰੋਂ ਕਰੀ ਜਾ ਰਹੇ ਆ। ਜਾਣਾ ਚਾਹੀਦਾ। ਮਤਲਬ ਦੇਖੋ, ਅਗਲੇ ਆਪਣੀ ਸਟੱਡੀ ਕਰਨ ਗਏ ਆ ਤੇ ਯੂਕਰੇਨ ਦੇ ਲਈ ਕੰਟਰੀਬਿਊਟ ਕਰ ਰਹੇ ਸੀ ਆਲਰੇਡੀ। ਉਹ ਤਾਂ ਜੀ ਉੱਥੇ ਜੰਗ ਲੱਗ ਗਈ ਆ ਤੇ ਉਸ ਬਲਦੀ ਦੇ ਬੂਥੇ ਦੇ ਵਿੱਚ ਸਭ ਤੋਂ ਪਹਿਲਾਂ ਤੇ ਉਹਨਾਂ ਦੇ ਆਪਣੇ ਦੇਸ਼ ਦੇ ਲੋਕ ਆਲਰੇਡੀ 5 ਲੱਖ ਛੱਡ ਕੇ ਭੱਜ ਚੁੱਕੇ ਆ। ਬਿਲਕੁਲ ਠੀਕ ਆ, ਸਾਡਾ ਇਤਿਹਾਸ ਕੁਝ ਹੋਰ ਹੈ, ਪਰ ਇਹ ਉਲਾਂਭਾ ਨਹੀਂ ਆ ਉਹਨਾਂ ਨੌਜਵਾਨ ਲੜਕੇ ਲੜਕੀਆਂ ਨੂੰ ਵੀ ਇਹ ਹੁਣ ਛੱਡ ਕੇ ਭੱਜ ਰਹੇ ਤੇ ਭੱਜ ਰਹੀਆਂ ਆ, ਕਿਉਂਕਿ ਉੱਥੇ ਉਹਨਾਂ ਦਾ ਕੁਝ ਨਹੀਂਗਾ। ਉਹ ਤੇ ਟੈਂਪਰੇਰੀ ਉੱਥੇ ਆਪਣਾ ਜੀਵਨ ਆ ਜਿਹੜਾ ਜਿਹਦੇ ਕੈਰੀਅਰ ਆ ਬੈਟਰ ਕਰਨ ਗਏ ਸੀ, ਸਗੋਂ ਉਹਨਾਂ ਦੇ ਨੁਕਸਾਨ ਹੋਏ ਨੇ, ਉਸ ਦੇ ਨਾਲ ਸਿੰਪਥੀ ਹੋਣੀ ਚਾਹੀਦੀ ਹੈ। ਸੋ ਇੱਕ ਤਾਂ ਇੰਡੀਆ ਦੇ 4 ਮਿਨਿਸਟਰ ਜਾ ਰਹੇ ਆ ਜੀ, ਸਾਡੇ ਇੱਥੇ ਤੁਹਾਨੂੰ ਪਤਾ ਵੀ ਕਾਫੀ ਕੈਨੇਡਾ 'ਚ ਵੀ ਜਿਹੜਾ ਸਪੋਰਟ ਹੈ ਉਹ ਯੂਕਰੇਨ ਦੇ ਨਾਲ ਚੱਲ ਰਹੀ ਆ। ਪਰ ਕੁੱਲ ਮਿਲਾ ਕੇ ਜਿਹੜੀ ਇਹ ਖਾਰਕੀਵ ਸਿਟੀ ਸੀਗਾ, ਯੂਕਰੇਨ ਦਾ ਦੂਸਰਾ ਵੱਡਾ ਸ਼ਹਿਰ ਸਮਝਿਆ ਜਾਂਦਾ, ਇਹ ਰਸ਼ੀਅਨ ਬਾਰਡਰ ਦੇ ਨਜ਼ਦੀਕ ਪੈ ਜਾਂਦਾ, ਜਿਹੜਾ ਕਿ ਪਹਿਲਾਂ ਹੀ ਜਿਹੜੇ ਬਾਰਡਰ ਦੇ ਏਰੀਆ ਕਰੀਬ ਸੀਗੇ ਸਾਊਥ ਈਸਟ ਦੇ ਵਿੱਚ ਸਪੈਸ਼ਲੀ, ਜਾਣੀ ਉਹ ਉਹਨਾਂ ਤੇ ਜਲਦੀ ਮਾਰ ਹੋਈ ਹੈ। ਖਾਰਕੀਵ ਸਿਟੀ ਜਿਹੜਾ ਜੀ ਵੀ ਉੱਥੇ ਜਦੋਂ ਅਟੈਕ ਹੋਇਆ ਤੇ ਉਹਦੇ ਵਿੱਚ ਇਹ 21 ਸਾਲ ਦਾ ਨੌਜਵਾਨ ਜਿਹੜਾ MBBS ਕਹਿ ਲਓ ਮੈਡੀਕਲ ਦੀ ਸਟੱਡੀ ਆਪਣੀ ਕਰਨ ਗਿਆ ਸੀਗਾ, ਉੱਥੇ ਕਰਨਾਟਕਾ ਦੇ ਨਾਲ ਇਹਦਾ ਸੰਬੰਧ ਹੈ ਖਬਰਾਂ ਦੇ ਮੁਤਾਬਕ, ਤੇ ਇਹ ਨਵੀਨ ਸ਼ੇਖਾਰਪਾ ਨਾਂ ਇਹਦਾ, ਇਹਦੀ ਜਿਹੜੀ ਮੌਤ ਅੱਜ ਵੀ ਉਸ ਜੰਗ ਦੇ ਵਿੱਚ ਹੋਈ ਹੈ। ਸੋ ਭਾਰਤ ਦਾ ਇਹ ਫਸਟ ਸਿਟੀਜ਼ਨ ਜਿਹੜਾ ਜੀ ਡਿਕਲੇਅਰ ਹੋਇਆ ਕਿ ਇਸ ਜੰਗ ਦੀ ਭੇਟ ਚੜਿਆ ਨੌਜਵਾਨ। ਉਸ ਤੋਂ ਬਿਨਾਂ ਸਿਚੁਏਸ਼ਨ ਜਿਹੜੀ ਆ ਵੀ ਬਾਰਡਰ ਤੇ ਉੱਥੋਂ ਨਿਕਲ ਰਹੇ ਨੇ ਲੋਕ, ਇਨਕਲੂਡਿੰਗ ਜਿਹੜੇ ਇੰਡੀਅਨ ਸਟੂਡੈਂਟਸ ਵੀ ਆ, ਕਾਫੀ ਉੱਥੋਂ ਤਰ੍ਹਾਂ ਦੀਆਂ ਜਿਹੜੀਆਂ ਸਿਚੁਏਸ਼ਨ ਆ ਜੀ ਵੀ ਉਹਨਾਂ ਦੇ ਬਾਰੇ ਪਤਾ ਲੱਗ ਗਿਆ। ਕਾਫੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ, ਇਨਕਲੂਡਿੰਗ ਜਿਹੜੀਆਂ ਲੜਕੀਆਂ ਜੀ ਤੁਸੀਂ ਉਹ ਵੀ ਦੱਸਿਆ ਤੇ। ਪਰ ਉਸ ਤੇ ਇਹ ਹੈ ਜੀ ਵੀ ਹੁਣ ਆਪਾਂ ਕੱਲ ਵੀ ਗੱਲ ਕੀਤੀ ਸੀਗੀ, ਜਿਹੜਾ ਗਵਰਨਮੈਂਟ ਦੇ ਇੰਤਜ਼ਾਮ ਕਰਨ ਨੂੰ ਤੁਹਾਨੂੰ ਪਤਾ ਹੀ ਹੈ ਜੀ ਵੀ ਕਈ ਵਾਰੀ ਆਪਾਂ ਉੱਥੋਂ ਹੀ ਆਏ ਹਾਂ, ਸਮਾਂ ਲੱਗਦਾ ਹੈ। ਤੇ ਉਸ ਲਿਹਾਜ਼ ਨਾਲ ਜਿਹੜੇ ਮਿਨਿਸਟਰਸ ਨੇ ਉਹਨਾਂ ਦੇ ਜਦੋਂ 4 ਪਹੁੰਚ ਰਹੇ ਨੇ ਤੇ ਐਮਬੈਸੀਜ਼ ਦੇ ਨਾਲ ਵੱਖ-ਵੱਖ ਦੇਸ਼ਾਂ ਦੇ ਵਿੱਚ ਉੱਥੇ ਉਹ ਕੋਆਰਡੀਨੇਟ ਕਰ ਹੀ ਰਹੇ ਨੇ। ਪੋਲੈਂਡ ਦੇ ਵਿੱਚ ਵੀ ਜਿਸ ਤਰ੍ਹਾਂ ਸੀਗਾ ਪਹਿਲਾਂ ਜੀ ਵੀ ਬਾਰਡਰ ਕ੍ਰਾਸ ਕੀਤਾ ਜਾ ਰਿਹਾ ਬਿਨਾਂ ਵੀਜ਼ਾ ਤੋਂ, ਉਸ ਤੇ ਵੀ ਜਿਹੜੀਆਂ ਜੀ ਹੁਣ ਕੁਝ ਜਿਹੜੀਆਂ ਸਖਤੀਆਂ ਦੇਖਣ ਨੂੰ ਮਿਲ ਰਹੀਆਂ। ਸੋ ਇਸ ਤਰ੍ਹਾਂ ਇਹਦੇ ਨਾਲ ਇਹ ਆ ਜੀ ਨੈਚੁਰਲੀ ਜਿਹੜੇ
ਲੋਕ ਘਬਰਾਏ ਹੋਏ ਨੇ, ਜੰਗ ਤੋਂ ਨਿਕਲਣਾ ਚਾਹੁੰਦੇ ਨੇ, ਆਪਣੇ ਪੇਰੈਂਟਸ ਕੋਲ ਜਾਣਾ ਚਾਹੁੰਦੇ ਨੇ ਜਾਂ ਆਪਣੀਆਂ ਜਾਨਾਂ ਹੀ ਬਚਾ ਕੇ ਉੱਥੋਂ ਨਿਕਲਣਾ ਚਾਹੁੰਦੇ ਨੇ, ਉਹਨਾਂ 'ਚ ਪੈਨਿਕ ਹੋਣਾ ਨੈਚੁਰਲੀ ਆ। ਡੈਫੀਨਿਟਲੀ ਹਾਂਜੀ, ਬਾਰਡਰ ਤੇ ਲੇਕਿਨ ਕਿ ਜਿਹੜੀਆਂ ਸਖਤੀਆਂ ਨੇ ਜੀ ਉੱਥੋਂ ਦੀਆਂ ਪੁਲਿਸਾਂ ਜਿਹੜੀਆਂ ਉਹਨਾਂ ਦਾ ਤਸ਼ੱਦਦ ਆ ਜਿਹੜਾ ਉਹ ਨੌਜਵਾਨਾਂ ਤੇ ਹੋਣ ਦੀਆਂ ਕਈ ਵੀਡੀਓਜ਼ ਆਪਾਂ ਦੇਖ ਚੁੱਕੇ ਹਾਂ। ਪਰ ਥੋੜਾ ਜਿਹਾ ਇਹ ਹੈ ਜੀ ਕਿ ਹੁਣ ਇਹ ਕੋਸ਼ਿਸ਼ ਹੋਵੇ ਕਿ ਇਸ ਦੇ ਵਿੱਚ ਇਸ ਵੇਲੇ ਜਦੋਂ ਅੱਗ ਲੱਗੀ ਹੋਵੇ ਤੇ ਇਹ ਇਹਨਾਂ ਮੁਲਕਾਂ ਦੇ ਵਿੱਚ ਟ੍ਰੇਨਿੰਗ ਹੀ ਇਹ ਆ, ਪੁਲਿਸ ਵਾਲਿਆਂ ਨੂੰ ਵੀ ਟ੍ਰੇਨਿੰਗ ਇਹ ਆ ਵੀ ਤੁਸੀਂ ਪਹਿਲਾਂ ਆਪਣੀ ਸੇਫਟੀ ਦਾ ਖਿਆਲ ਰੱਖਣਾ ਜੀ। ਆ ਜਿੰਨੇ ਸਿਕਿਉਰਿਟੀ ਕਰਦੇ ਆ ਲੋਕ, ਇਹਨਾਂ ਨੂੰ ਪੁੱਛ ਲਓ ਇਹਨਾਂ ਨੂੰ ਟ੍ਰੇਨਿੰਗ ਕੀ ਹੈ, ਸਭ ਤੋਂ ਪਹਿਲਾਂ ਆਪਣੀ ਸੇਫਟੀ ਦਾ ਖਿਆਲ ਰੱਖਣਾ। ਸੋ ਇਸ ਕਰਕੇ ਜੇ ਉਹ ਨੌਜਵਾਨ ਲੜਕੇ ਲੜਕੀਆਂ ਬਚ ਕੇ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਨੇ, ਇੰਡੀਅਨ ਗਵਰਨਮੈਂਟ ਉਹਨਾਂ ਦੀ ਸਪੋਰਟ ਕਰ ਰਹੇ ਨੇ ਤੇ ਇਹ ਆਪਰੇਸ਼ਨ ਜਿਹੜਾ ਜੀ ਉੱਤੇ ਚੱਲ ਰਿਹਾ ਹੈ। ਨਫ਼ਰਤ ਦੇ ਪੁਜਾਰੀ, ਨਫ਼ਰਤ ਦੇ ਜਿਹੜੇ ਪੁਜਾਰੀ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਵੇਖੋ ਪੁੱਛ ਰਹੇ ਨੇ ਕਿ ਇਹ ਕਰਨ ਕੀ ਜਾਂਦੇ ਨੇ ਉੱਥੇ ਸਟੂਡੈਂਟ, ਪਰ ਬੱਚੇ ਬੱਚੀਆਂ ਮਤਲਬ ਸਾਰੇ ਸਾਡੇ ਮਨ ਦੇ ਵਿੱਚ ਕਿੰਨੀ ਗੰਦਗੀ ਭਰੀ ਆ ਕਿ ਅਸੀਂ ਇਹ ਸੋਚਣਾ ਕਿ ਉੱਥੇ ਕਰਨ ਕੀ ਜਾਂਦੇ ਨੇ। ਇੱਕ ਵੀਡੀਓ ਸ਼ਾਇਦ ਤੁਸੀਂ ਦੇਖੀ ਹੋਣੀ ਆ, ਮੈਂ ਕਹਿੰਦਾ ਕਿ ਇਹ ਲਾਂਤੀ ਲੋਕ ਨੇ ਇਸ ਵਕਤ ਇਸ ਮੌਕੇ ਤੇ ਏਕਤਾ ਦਾ ਸਬੂਤ ਦੇਣਾ ਚਾਹੀਦਾ, ਮਨੁੱਖਤਾ ਇਨਸਾਨੀਅਤ ਦਾ ਸਬੂਤ ਦੇਣਾ ਚਾਹੀਦਾ। ਤੁਹਾਡਾ ਪੁੱਤ ਹੋਵੇ, ਧੀ ਹੋਵੇ, ਭਣੇਵਾ ਹੋਵੇ, ਭਾਣਜੀ ਹੋਵੇ, ਭਾਣਜਾ ਹੋਵੇ, ਦੂਰ ਦਾ ਕਿਤੇ ਰਿਸ਼ਤੇਦਾਰ ਫਸਿਆ ਹੋਵੇ ਤੇ ਫਿਰ ਆਪਾਂ ਅੱਡੀ ਚੋਟੀ ਦਾ ਇੱਧਰ ਉੱਧਰ ਫੋਨ ਕਰਕੇ ਘਮਾਉਂਦੇ, ਵੇਖੋ ਯਾਰ ਉੱਥੇ ਕੋਈ ਹੈਗਾ ਬੰਦਾ ਰੱਖ ਲੇ 2-4 ਘੜੀ ਖਾਣ, ਹੋਰ ਨਹੀਂ ਤਾਂ ਮਿਲ ਹੀ ਆਵੇ, ਹਨਾ। ਉਹ ਬੱਚੀਆਂ ਨੇ ਉਹ ਐਜੂਕੇਸ਼ਨ ਲੈਣ ਜਾਂਦੀਆਂ ਨੇ ਪੜ੍ਹਾਈ ਦੇ ਤੌਰ ਤੇ, ਜ਼ਿਆਦਾ ਤੁਸੀਂ ਦੱਸਿਆ ਕਿ ਉਹ ਡਾਕਟਰ MBBS ਕਰਨ ਜਾਂਦੇ ਨੇ। ਹੁਣ ਰਾਤੀ ਗੱਲ ਕੀ ਹੋਈ, ਇੱਕ ਨਹੀਂ 2 ਫੋਨ ਆਏ, ਜੇ ਕਾ ਹੁੰਦਾ ਤਾਂ ਮੈਂ ਇਗਨੋਰ ਮਾਰ ਦਿੰਦਾ। ਇਹ ਜੀ ਤੁਸੀਂ ਇਹ ਗੱਲ ਕੀਤੀ ਹੈ, ਮੈਂ ਕਿਹਾ ਯਾਰ ਮੈਂ ਅਖਬਾਰਾਂ 16-17 ਪੜ੍ਹ ਕੇ ਫੇਰ ਪ੍ਰੋਗਰਾਮ ਕਰਨ ਬਹਿਣਾ, ਸਵੇਰੇ ਵੀ ਸ਼ਾਮ ਵੀ। ਹੁਣ ਵੀ 1.5 ਘੰਟਾ ਪਹਿਲਾਂ ਉੱਠ ਕੇ, ਇਹ ਨਹੀਂ ਵੀ ਉੱਠ ਕੇ ਤੇ ਬੁਰਸ਼ ਕੀਤਾ ਤੇ ਬਹਿ ਗਏ ਆ, ਤਿਆਰੀ ਕੀਤੀ ਹੈ ਕੁਝ। ਕਾਰਨ ਪੁੱਛਿਆ ਜੀ ਕੀ ਹੈ, ਕਾਰਨ ਇਹ ਹੈ ਕਿ ਜਿਹੜਾ ਇੱਕ ਵੀਰ ਨੇ ਪੂਰੀ ਗੱਲ ਸੁਣੀ ਨਹੀਂ, ਕਾਰਨ ਇਹ ਹੈ ਕਿ ਜਿਹੜੇ ਉੱਥੇ ਮੈਡੀਕਲ ਯੂਨੀਵਰਸਿਟੀ ਦੇ ਦਰਵਾਜ਼ੇ ਨੇ ਰੂਸ ਦੇ ਤੇ ਰਸ਼ੀਆ ਜਿਹੜੇ ਯੂਕਰੇਨ ਦੇ ਖੁੱਲ੍ਹੇ ਨੇ, ਤੇ ਉੱਥੇ ਜਿਹੜਾ ਭਾਰਤ ਵਿੱਚ ਜਿਹੜਾ ਬੱਚਾ ਹੈ ਉਹਦਾ ਜੇ 1.5 ਕਰੋੜ ਲੱਗਦਾ, ਮੈਂ ਨਹੀਂ ਕਹਿੰਦਾ, BBC ਅਖਬਾਰ ਪੰਜਾਬੀ ਦਾ ਵਰਸ਼ਨ ਹੈ, ਉਹ ਕਹਿੰਦਾ ਕਿ ਇੱਥੇ 40-50 ਲੱਖ ਦੇ ਵਿੱਚ ਉਹਨਾਂ ਨੂੰ ਐਜੂਕੇਸ਼ਨ ਜਿਹੜੀ ਹੈ ਪੂਰੀ ਹੋ ਜਾਂਦੀ ਹੈ, ਰਹਿਣ ਸਹਿਣ 'ਚ ਉਹਨਾਂ ਦਾ ਉਹ ਜਿਹੜਾ ਹੈ ਐਜੂਕੇਸ਼ਨ ਪੂਰੀ ਹੋ ਜਾਂਦੀ, ਕੋਰਸ ਪੂਰਾ ਹੋ ਜਾਂਦਾ। ਪਲੱਸ ਇੱਕ ਜਿਹੜੀ ਗੱਲ ਤੋਂ ਵੀਰ ਨੂੰ ਗੁੱਸਾ ਲੱਗਾ, ਬੱਚੀ ਜਿਹੜੀ ਹੈ ਉਹਨੇ ਕਿਹਾ ਕਿ ਭਾਰਤ ਵਿੱਚ ਸੀਟਾਂ ਲੈਣੀਆਂ ਔਖੀਆਂ ਨੇ ਕਿਉਂਕਿ ਉੱਥੇ ਕੋਟਾ ਰਾਖਵਾਂ ਕਰਨ ਜਿਹੜਾ, ਹਾਂਜੀ। ਹੁਣ ਰਾਖਵਾਂ ਕਰਨ ਦੇ ਵਿੱਚ ਮੰਨ ਲਓ ਕਿ ਮੈਂ ਉਸ ਰਾਖਵੇਂ ਕਰਨ ਦੇ ਵਿੱਚ ਮੇਰੇ ਕੋਲ ਐਜੂਕੇਸ਼ਨ ਤਾਂ ਹੈਗੀ ਹੈ, ਮੇਰਾ ਸੁਪਨਾ ਹੈ ਕਿ ਮੈਂ ਡਾਕਟਰ ਬਣਨਾ, ਜਾਂ ਮੇਰੇ ਮਨ ਦੇ ਵਿੱਚ ਆ ਕਿ ਮੈਂ ਆਪਣੇ ਧੀ ਜਾਂ ਪੁੱਤ ਨੂੰ ਡਾਕਟਰ ਬਣਾਉਣਾ, ਤੇ ਬੱਚੇ ਦੇ ਮਨ ਦੇ ਵਿੱਚ ਵੀ ਆ ਕਿ ਮੈਂ ਡਾਕਟਰ ਬਣਨਾ, ਉਹਨੂੰ ਸੀਟ ਨਹੀਂ ਮਿਲੀ ਰਾਖਵਾਂ ਕਰਨ ਕਰਕੇ। ਇਹਦੇ ਵਿੱਚ ਰਾਖਵਾਂ ਕਰਨ ਪੜ੍ਹਨ ਦੇ ਨਾਲ ਹੀ ਸਾਡੇ ਵੀਰ ਕਈ ਨਾਰਾਜ਼ ਹੋ ਗਏ, ਤੁਸੀਂ ਇਹ ਗੱਲ ਕੀਤੀ ਕਿਹਦੇ ਕੀਤੀ ਕਿਉਂ? ਮੈਂ ਕਿਹਾ ਯਾਰ ਉਹ ਬੱਚੀ ਦਾ ਵਰਜ਼ਨ ਆ ਕਿ ਕਿਸੇ ਵੇਲੇ ਇੱਥੇ ਰਾਖਵਾਂ ਕਰਨ ਤੋਂ ਸਾਨੂੰ ਜਾਤੀ ਜਾਂ ਹੋਰ ਪਹਿਲੋਂ ਤੋਂ ਸੀਟਾਂ ਨਹੀਂ ਮਿਲਦੀਆਂ, ਤੇ ਬਹੁਤ ਸਾਰੇ ਸਟੂਡੈਂਟ ਇੱਧਰ ਨੂੰ ਮੂੰਹ ਕਰਦੇ ਨੇ। ਇਹਨਾਂ ਕੰਟਰੀਆਂ ਦੇ ਵਿੱਚ ਇਹ ਯੂਨੀਵਰਸਿਟੀਆਂ ਜਿਹੜੀਆਂ ਨੇ ਉਹਦੇ ਵਿੱਚ ਸੀਟ ਮਿਲ ਜਾਂਦੀ ਹੈ, ਬਹੁਤ ਸਾਰੇ ਉੱਥੋਂ ਪੜ੍ਹ ਕੇ ਜਾ ਕੇ ਭਾਰਤ ਦੇ ਵੱਖ-ਵੱਖ ਹਸਪੀਟਲਾਂ ਦੇ ਵਿੱਚ ਪ੍ਰੈਕਟਿਸ ਕਰ ਰਹੇ ਨੇ, ਲੋਕਾਂ ਦੀਆਂ ਜਾਨਾਂ ਬਚਾ ਰਹੇ ਨੇ। ਦੱਸੋ ਇਹ 'ਚ ਮਾੜਾ ਕੀ ਕਹਿ ਦਿੱਤਾ ਜੀ? ਦੱਸੋ ਜੋਲ ਸਾਹਿਬ। ਉਹਨਾਂ ਦਾ ਜ਼ੋਰ ਲੱਗੇ ਤੇ ਰਾਖਵਾਂ ਕਰਨ ਨੂੰ ਲਿਆ ਕੇ ਯੂਕਰੇਨ 'ਚ ਵੀ ਕਰਵਾ ਦੇਣ। ਗੱਲ ਤੇ ਇਹ ਮੈਂ ਕਹਿੰਦਾ ਰਾਖਵਾਂ ਕਰਨਾ ਜ਼ਰੂਰੀ ਹੈ, ਜਨਰਲ ਕੈਟਾਗਰੀ ਵੀ ਜ਼ਰੂਰੀ, ਰਾਖਵਾਂ ਕਰਨਾ ਵੀ ਜ਼ਰੂਰੀ ਹੈ। ਪਰ ਹੁਣ ਮੈਨੂੰ ਸੌਰੀ ਟੂ ਸੇ, ਜੇ ਇੱਕ ਬੱਚਾ ਡਾਕਟਰ ਬਣ ਗਿਆ ਰਾਖਵਾਂ ਕਰਨ ਦੇ ਤਹਿਤ, ਕੀ ਉਹਦੇ ਗਾਂ ਬੱਚਿਆਂ ਨੂੰ ਵੀ ਰਾਖਵਾਂ ਕਰਨ ਦੇ ਤਹਿਤ ਸੀਟ ਮਿਲਣੀ ਚਾਹੀਦੀ ਆ? ਉਹ ਤਾਂ ਤਰ ਗਿਆ, ਉਹ ਤਾਂ ਫਿਰ ਆ ਗਿਆ ਕੈਟਾਗਰੀ, ਜਨਰਲ ਕੈਟਾਗਰੀ 'ਚ ਆ ਗਿਆ, ਉਹ ਤਾਂ ਅਮੀਰ ਹੋ ਗਿਆ, ਉਹਦੇ ਗਾਂ ਬੱਚਿਆਂ ਨੂੰ ਫਿਰ ਉਸ ਕੈਟਾਗਰੀ 'ਚ ਕੀ ਲੋੜ ਆ ਵੀ? ਨਾਲੇ ਉਹ ਅਮੀਰ ਕਿਹੜਾ ਤਨਖਾਹ ਲੈ ਕੇ ਰੰਗ ਲਾਏ ਹੁੰਦੇ, ਉਹ ਪਤਾ ਹੀ ਆ ਵੀ ਉੱਥੇ ਕਿੱਦਾਂ ਦੀ ਅਮੀਰੀ ਹੈ। ਪਰ ਫੋਰ ਐਗਜ਼ਾਮਪਲ ਦੇਖੋ ਗੱਲ ਇਹ ਆ ਵੀ ਹੁਣ ਜਿਹੜਾ ਜਾਤਾਂ ਕਰਕੇ ਰਾਖਵਾਂ ਕਰਨਾ ਵੀ ਉਹ ਬੰਦਾ ਆਰਥਿਕ ਤੌਰ ਤੇ ਪਛੜਿਆ ਤੇ ਹੈ ਹੀ ਆ, ਜਾਤ ਭਾਵੇਂ ਕੋਈ ਵੀ ਆ, ਤੇ ਫਿਰ ਕਿਉਂ ਨਾ ਹਰ ਇੱਕ ਬੰਦਾ ਹੀ ਆਪਣੀ ਆਰਥਿਕਤਾ ਕਰਕੇ ਹੀ ਪਛੜਿਆ ਗਿਣਿਆ ਜਾਵੇ? ਜਾਤ ਦਾ ਮਤਲਬ ਕੀ ਆ ਵਿੱਚ? ਹਰ ਇੱਕ ਵਿਅਕਤੀ ਜਿਹੜਾ ਆਰਥਿਕ ਤੌਰ ਤੇ ਪਛੜਿਆ ਵੀ ਉਹ ਜਾਤ ਕਰਕੇ ਚ ਪਛੜਿਆ ਜਾਂ ਵਟਐਵਰ, ਹਨਾ ਜੀ, ਵੀ ਉਹ ਜੀ ਇਕਨੋਮਿਕਲੀ ਵੀਕ ਸੈਕਸ਼ਨ ਦਾ ਮੈਂਬਰ ਆ ਤੇ ਇੰਨੀ ਇਨਕਮ ਤੋਂ ਉਹਦੀ ਇਨਕਮ ਐਨੂਅਲੀ ਘੱਟ ਹੈ, ਇਸ ਕਰਕੇ ਇਹ ਰਾਖਵਾਂ ਕਰਨ ਚ ਆਉਂਦਾ, ਭਾਵੇਂ ਉਹ ਜੱਟ ਹੋਵੇ ਭਾਵੇਂ ਵਟਐਵਰ ਹੋਵੇ। ਇਸ ਗੱਲ 'ਚ ਇਤਰਾਜ਼ ਕੀ ਹੈ? ਪਰ ਇਹ ਰਾਖਵਾਂ ਕਰਨ ਜਾਣੀ ਕਿ ਆਪਾਂ ਸੈਲਫਿਸ਼ ਹੋ ਕੇ, ਖੁਦਗਰਜ਼ ਹੋ ਕੇ ਆਪਣਾ ਇਹ ਕਹ ਲਓ ਵੀ ਇਹਨੂੰ ਮੁੱਠੀ ਦੇ ਵਿੱਚ ਲਿਆ ਹੋਇਆ ਜਿੰਨਾ ਹੈ, ਜਿਹਦੇ ਨਾਲ ਕਿ ਅਸੀਂ ਕੁਚਲਣਾ ਚਾਹੁੰਦੇ ਆ ਬਾਕੀ ਦੇ ਜਿਹੜੇ ਜਨਰਲ ਕੈਟਾਗਰੀ ਦੇ ਵਿੱਚ ਨੌਜਵਾਨ ਲੜਕੇ ਲੜਕੀਆਂ ਜੇ ਉਹ ਸਾਹ ਵੀ ਲੈਣਾ ਚਾਹੁਣ, ਚਲੋ ਉੱਥੇ ਅਪਰਚੁਨਿਟੀ ਨਹੀਂ ਮਿਲੀ, ਉਹਨਾਂ ਨੇ ਦੁਨੀਆ 'ਚ ਕਿਤੇ ਆ ਕੇ ਹੋਰ ਲੈ ਲਈ ਆ, ਉਹਨਾਂ ਦਾ ਬਸ ਚੱਲਿਆ, ਤੇ ਪਰ ਹੁਣ ਉੱਥੇ ਵੀ ਨਹੀਂ ਉਹਨਾਂ ਦਾ ਬਸ ਚੱਲਣ ਦੇਣਾ ਆਪਾਂ ਜੀ। ਬਿਲਕੁਲ, ਜਿਹੜੇ ਲੋੜਵੰਦ ਨੇ ਉਹਨਾਂ ਨੂੰ ਤਾਂ ਮਿਲਣਾ ਚਾਹੀਦਾ, ਚਲੋ ਰਾਖਵਾਂ ਕਰਦੇ ਜਿਹੜਾ ਲੋੜਵੰਦ ਆ, ਬੱਚਾ ਜਿਹੜਾ ਲੋੜਵੰਦ ਆ। ਪਰ ਜਿਨ੍ਹਾਂ ਨੇ ਇੱਕ ਪਰਿਵਾਰ ਦੇ ਵਿੱਚ ਇੱਕ ਜੀ ਪਹਿਲਾਂ ਲੈ ਚੁੱਕਾ, ਮੰਨ ਲਓ ਮੈਂ ਲੈ ਚੁੱਕਾ, ਮੇਰੇ ਬੱਚੇ ਤਾਂ ਫਿਰ ਤਰ ਗਏ, ਮੈਂ ਤਾਂ ਐਜੂਕੇਸ਼ਨ ਮੈਂ ਤਾਂ ਆ ਗਿਆ ਜਨਰਲ ਕੈਟਾਗਰੀ 'ਚ। ਸੋਚਣਾ ਚਾਹੀਦਾ ਵੀ ਜਾਤ ਕਰਕੇ ਕਿਉਂ ਮਿਲਣਾ ਚਾਹੀਦਾ? ਜਾਤ ਤੇ ਜਦੋਂ ਕੋਈ ਜੰਮਿਆ ਕੀ ਜਾਤ ਹੈ, ਸਾਰੇ ਆਪਾਂ। ਚਲੋ
ਇਹ ਬੜਾ ਲੰਬਾ ਚੌੜਾ ਵਿਸ਼ਾ। ਅੱਛਾ, ਸਾਡੇ ਕੈਨੇਡਾ ਦੇ ਵਿਦੇਸ਼ ਮੰਤਰੀ ਪੋਲੈਂਡ ਜਿਹੜਾ ਹੈ ਯੂਕਰੇਨ ਸਰਹੱਦੀ ਏਰੀਏ ਦੇ ਵਿੱਚ, ਹਾਂਜੀ, ਉਹਦੀ ਖਬਰ ਆਪਾਂ ਸਾਂਝੀ ਕਰ ਲਈਏ, ਫਿਰ ਆਪਾਂ ਅੱਗੇ ਵਧਦੇ ਹਾਂ। ਹਾਂ, ਕਿਉਂਕਿ ਦੇਖੋ ਕੱਲ ਤੋਂ ਜਾਂ ਵੈਸੇ ਤੇ ਆ 6 ਦਿਨ ਹੋ ਗਏ ਜੰਗ ਲੱਗੀ ਨੂੰ, ਉਸ ਤੋਂ ਪਹਿਲਾਂ ਵੀ ਕੈਨੇਡਾ ਦੇ ਵਿੱਚ ਕਾਫੀ ਜਿਹੜੀ ਆ ਜੀ ਪੀ ਸਪੋਰਟਿਵ, ਤੁਹਾਨੂੰ ਪਤਾ ਵੀ ਜਿਹੜੀਆਂ ਗੱਲਾਂ ਬਾਤਾਂ ਸਰਕਾਰੀ ਤੌਰ ਤੇ ਆਪਾਂ ਸੁਣ ਰਹੇ ਸੀਗੇ, ਪਰ ਹੁਣ ਕਾਫੀ ਜਿਹੜਾ ਜੀ ਪੀ ਐਕਟਿਵਿਟੀ ਆ ਜਿਹੜੀ ਕੈਨੇਡੀਅਨ ਗਵਰਨਮੈਂਟ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਵੀ ਇਹ ਯੂਕਰੇਨ ਦੀ ਕਮਿਊਨਿਟੀ ਦੇ ਨਾਲ ਖੜਨ ਦੀ। ਬਾਕੀ ਦੇਸ਼ਾਂ ਦਾ ਪਤਾ ਨਹੀਂ, ਪਰ ਲੱਗ ਰਿਹਾ ਵੀ ਕੈਨੇਡਾ ਜ਼ਰੂਰ ਆਪਣੀ ਵਫਾਦਾਰੀ ਨਿਭਾ ਰਹੇ ਆ। ਚਾਵਲਾ ਜੀ ਜਿਸ ਤਰ੍ਹਾਂ ਦੇ ਸਟੈਪਸ ਹੈਗੇ ਆ ਨਾ, ਜਿਹੜੇ ਕਦੀ ਹਿਸਟੋਰੀਕਲੀ ਪਹਿਲਾਂ ਨਹੀਂ ਲਈ ਗਏ, ਹਨਾ, ਜਿਸ ਤਰ੍ਹਾਂ ਕਿ ਇਹ ਲੀਥਲ ਵੈਪਨਸ ਭੇਜਣਾ, ਹਨਾ, ਐਂਟੀ ਟੈਂਕ ਸਾਰਾ ਜਿਹੜਾ ਵੈਪਨਰੀ ਇਹ ਇੱਥੋਂ ਭੇਜਣਾ, ਫਿਰ ਬਾਕੀ ਉੱਥੇ ਹੈਲਮਟਸ ਜਿਹੜੇ ਚਾਹੀਦੇ ਹੋਣਗੇ, ਗੈਸ ਮਾਸਕ ਭੇਜਣੇ, ਰਾਤ ਨੂੰ ਤਾਂ ਕਿ ਫੌਜਾਂ ਨੂੰ ਜਿਹੜਾ ਜੀ ਉੱਥੇ ਦੇਖਣ ਵਾਸਤੇ ਸਹਾਈ ਹੋ ਸਕਦੇ ਨੇ, ਚਸ਼ਮੇ ਵਗੈਰਾ, ਉਹਨਾਂ ਦੀ ਸ਼ਿਪਮੈਂਟ ਵੀ, ਇਹਦੇ ਨਾਲ ਹੀ ਐਮਿਊਨੀਸ਼ਨ, ਬਰੂਦ ਜਿਹੜਾ ਜੀ ਉੱਥੇ ਜ਼ਰੂਰਤ ਹੋ ਸਕਦਾ ਹੈ, ਤੇ ਜਾਂ ਫਿਰ ਜਿਹੜੀਆਂ ਇਹ ਬਰੂਦ ਤੋਂ ਸੇਫਟੀ ਦੇ ਲਈ ਜੈਕਟਾਂ ਵਗੈਰਾ ਹੋ ਸਕਦੀਆਂ, ਹੋਰ ਗੋਲੀ ਸਿੱਕਾ, ਇੱਦਾਂ ਦਾ ਸਮਾਨ ਜਿਹੜਾ ਜੀ ਨਾਲ ਭੇਜਣਾ। ਬਾਕੀ ਦੀ ਸਪਲਾਈ ਵੀ ਭੇਜੀ ਜਾ ਰਹੀ ਹੈ, ਸੋ ਭਈ ਇਹ ਸਮਾਨ ਉੱਥੇ ਪਹੁੰਚ ਵੀ ਜਾਵੇ। ਇਹਨੂੰ ਮੋਨੀਟਰ ਕਰਨ ਦੇ ਲਈ ਆਪਣੇ ਜਿਹੜੇ ਮੈਲਾਨੀ ਜੋਲੀ ਫੋਰਨ ਮਿਨਿਸਟਰ ਹੈਗੇ ਆ, ਉਹ ਪੋਲੈਂਡ ਦੇ ਵਿੱਚ ਜਿਹੜਾ ਜੀ ਯੂਕਰੇਨ ਦੇ ਨਾਲ ਲੱਗਦਾ ਬਾਰਡਰ ਆ, ਉੱਥੇ ਮੋਨੀਟਰ ਕਰਨ ਦੇ ਲਈ ਪਹੁੰਚ ਰਹੇ ਨੇ। ਸੋ ਉਸ ਲਿਹਾਜ਼ ਨਾਲ ਅੱਜ ਵੀ ਕੈਨੇਡੀਅਨ ਗਵਰਨਮੈਂਟ ਫਰੰਟ ਲਾਈਨ ਤੇ ਹੋ ਕੇ ਜਿਹੜਾ ਜੀ ਆਪਣਾ ਇਹਦੇ ਵਿੱਚ ਲੱਗ ਰਿਹਾ ਵੀ ਭੂਮਿਕਾ ਨਿਭਾ ਰਹੇ ਨੇ। ਰਸ਼ੀਆ ਨੂੰ ਤੇ ਇਹ ਚੀਜ਼ਾਂ ਪਸੰਦ ਨਹੀਂ ਆਉਣਗੀਆਂ। ਆਪਾਂ ਦੇਖਿਆ ਵੀ ਇੱਥੇ ਜਿਹੜੇ ਰਸ਼ੀਆ ਦੀਆਂ ਏਅਰਲਾਈਨਸ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਪਲੇਨ ਆ ਉਹ ਕੈਨੇਡੀਅਨ ਸਕਾਈ ਦੇ ਵਿੱਚੋਂ ਨਹੀਂ ਲੰਘ ਸਕਦੇ। ਇੱਕ ਕੋਈ ਗਲਤੀ ਨਾਲ ਕੱਲ ਲੰਘਿਆ ਸੀ, ਉਹਦੀ ਇਨਵੈਸਟੀਗੇਸ਼ਨ ਕਹਿੰਦੇ ਨੇ ਕਿ ਹੋ ਰਹੀ ਹੈ। ਏਦਾਂ ਹੀ ਰਸ਼ੀਆ ਤੋਂ ਚੁੱਕ ਕੇ ਥੋੜਾ ਬਹੁਤਾ ਜਿਹੜਾ ਤੇਲ ਆਉਂਦਾ ਸੀਗਾ, ਕਰੂਡ ਆਇਲ, ਉਹ ਵੀ ਬੰਦ ਕੀਤਾ ਗਿਆ ਕੈਨੇਡਾ ਦੇ ਵੱਲੋਂ। ਬਾਕੀ ਜਿਹੜਾ ਸਾਰੀ ਤਰ੍ਹਾਂ ਦੀ ਬੈਂਕਿੰਗ ਦਾ ਲੈਣ ਦੇਣ ਆ, ਇੱਥੇ ਬੈਂਕਾਂ ਨੂੰ ਕੱਲ ਟਵੀਟ ਕਰਕੇ ਜਸਟਨ ਟਰੂਡੋ ਹੋਣਾ ਨੇ ਜਾਣੀ ਕਿ ਕਿਹਾ ਵੀ ਇਨਫੋਰਮ ਕਰ ਦਿੱਤਾ ਗਿਆ ਵੀ ਰੂਸ ਦੀ ਜਿਹੜੀ ਸੈਂਟਰਲ ਬੈਂਕ ਆ ਉਹਦੇ ਨਾਲ ਕਿਸੇ ਤਰ੍ਹਾਂ ਦਾ ਲੈਣ ਦੇਣ ਨਹੀਂ ਕੀਤਾ ਜਾਏਗਾ। ਇਹਦੇ ਨਾਲ ਹੀ ਆਪਾਂ ਦੇਖ ਰਹੇ ਹਾਂ ਵੀ ਇੱਥੇ ਸਾਰੇ ਹੀ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਟੋਰਾਂਟੋ ਸਮੇਤ ਮਤਲਬ ਯੂਕਰੇਨ ਕਮਿਊਨਿਟੀ ਦੇ ਲੋਕ ਜਿਹੜੇ ਜੀ ਉਹ ਐਵਰੀ ਵੀਕਐਂਡ ਜਾਂ ਅਦਰਵਾਈਜ਼ ਵੀ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰ ਰਹੇ ਨੇ। ਸੋ ਕਾਫੀ ਜੀ ਇੱਥੇ ਕੈਨੇਡਾ ਤੋਂ ਜਿਹੜੀ ਆ ਸਪੋਰਟਿਵ ਵੌਇਸ ਆ ਜਿਹੜੀ ਯੂਕਰੇਨ ਵਾਸਤੇ ਉੱਠ ਰਹੀ ਆ। ਸੋ ਉਸ ਲਿਹਾਜ਼ ਨਾਲ ਸਾਡੇ ਫੋਰਨ ਮਿਨਿਸਟਰ ਪਹੁੰਚੇ ਨੇ ਉੱਥੇ ਦੀ। ਅੱਛਾ, ਆਪਾਂ ਗੱਲ ਕਰੀਏ ਕਿ 911 ਤਾਂ ਸਾਨੂੰ ਯਾਦ ਹੈ, ਇੱਕ ਹੈ 3111 ਖਬਰ ਬਾਕਮਾਲ ਸੀ ਤੁਹਾਡੀ, ਮੈਂ ਪੜ੍ਹ ਰਿਹਾ ਸੀ, ਪਰ ਉਦੋਂ ਪਹਿਲਾਂ ਮੈਨੂੰ ਗੱਲ ਯਾਦ ਆ ਗਈ ਆ। ਅਸੀਂ ਹੀ ਮਾਈਕ ਦੇ ਉੱਤੇ ਅਸੀਂ ਸਵੇਰੇ ਸ਼ਾਮ ਜਦੋਂ ਸੋਮਵਾਰ ਹੁੰਦਾ ਸੀ ਨਾ, ਤੇ ਕਹਿੰਦੇ ਨਹੀਂ ਅੱਜ ਸੰਗਤ ਦਰਸ਼ਨ ਆ, ਭਾਟੀਆ ਸਾਹਿਬ ਨੇ ਸ਼ੁਰੂ ਕੀਤਾ ਸੀ ਦਿਨ ਕੌਂਸਲਰ ਆਫਿਸ ਤੋਂ, ਹਾਂਜੀ, ਉਹ 2 ਘੰਟੇ ਬਹਿੰਦੇ ਹੁੰਦੇ ਸੀ। ਤੇ ਜੇ ਕਿਸੇ ਨੂੰ ਕੋਈ ਸਮੱਸਿਆ, ਕੋਈ ਵਿਚੋਲਾ ਨਹੀਂ ਆਉਣਾ ਚਾਹੀਦਾ, ਤੁਹਾਡਾ ਜੈਨੂਇਨ ਕੰਮ ਹੈ, ਮੈਂ ਕਰੂੰਗਾ। ਉਹਨਾਂ ਨਾਲ ਇੰਟਰਵਿਊ ਵੀ ਕਈ ਵਾਰੀ ਕੀਤੀ ਵੀ ਕੋਈ ਤੁਹਾਨੂੰ ਮੁਸ਼ਕਲ ਆ, ਕੋਈ ਪਰੇਸ਼ਾਨੀ ਆ, ਜਿਹੜਾ ਜੈਨੂਇਨ ਕੰਮ ਹੈ ਮੈਂ ਕਰੂੰਗਾ, ਨਹੀਂ ਤੇ ਇਸੇ ਹੀ ਮਾਈਕ ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਰਾਹ ਪਾ ਦੂੰਗਾ। ਸ਼ਾਇਦ ਸੁਣਿਆ ਹੋਊਗਾ ਸਾਡੇ ਸਰੋਤਿਆਂ ਨੇ, ਇੱਕ ਵਾਰ ਨਹੀਂ ਕਈ ਵਾਰੀ, ਨਹੀਂ ਤੇ ਜੇ ਨਹੀਂ ਕਰ ਸਕਦੇ ਮੇਰੇ ਹੱਥ ਵਾਸ ਨਾ, ਮੈਂ ਰਾਹ ਪਾ ਦੂੰਗਾ। ਵੀ ਰਾਹ ਪਾ ਕੇ ਏਦਾਂ ਤੁਸੀਂ ਜੈਨੂਇਨ ਤਰੀਕੇ ਨਾਲ ਬਿਨਾਂ ਕਿਸੇ ਨੂੰ ਪੈਸਾ ਦਿੱਤਿਆਂ, ਬਿਨਾਂ ਖੱਜਲ ਖੁਆਰ ਹੋਏ ਆਪਣੇ ਕੰਮ ਕਈਆਂ ਨੇ ਕਰਵਾਏ। ਜਿਵੇਂ ਉਹ ਸਰਦਾਰ ਤੀਰ ਸਿੰਘ ਹੁਣਾਂ ਨੂੰ ਦਿੱਤਾ ਹੋਇਆ ਵੀਜ਼ਾ, ਇੰਡੀਆ ਤੋਂ ਜਾ ਕੇ 10 ਸੰਸਕਾਰ ਤੋਂ ਬਾਅਦ ਮੁੰਡੇ ਨੇ ਸਪੈਸ਼ਲ ਫੋਨ ਕਰਕੇ ਧੰਨਵਾਦ ਕੀਤਾ ਸੀ ਰੇਡੀਓ ਉੱਤੇ, ਰਾਤ ਨੂੰ ਆਉਂਦਾ ਹੁੰਦਾ ਸੀ ਪ੍ਰੋਗਰਾਮ ਉਦੋਂ। ਇੱਦਾਂ ਚਾਹੀਦਾ ਵਾ ਵੀ ਕੋਈ ਵੀ ਕੌਂਸਲਰ ਆਫਿਸ ਦੇ ਵਿੱਚ ਆਵੇ ਤੇ ਇਹ ਪਬਲਿਕਲੀ 2 ਘੰਟੇ ਇੱਕ ਦਿਨ ਖੁੱਲ੍ਹੇ ਹੋਣ, ਉਹ ਜਿਹੜੀ ਮਤਲਬ ਜਿਹੜੀ ਹੈ ਓਪਨ ਹਾਊਸ ਜਿਹੜਾ, ਹਾਂਜੀ, ਵੀ ਉਹਦੇ ਵਿੱਚ ਕੋਈ ਬੰਦੇ ਨੂੰ ਮੁਸ਼ਕਲ ਹੈ ਉਹ ਜਾ ਕੇ ਤੇ ਆਪਣਾ ਗੱਲਬਾਤ ਕਰੇ, ਦੱਸੇ, ਹੈ ਨਾ। ਹਾਲਾਂਕਿ ਖੁੱਲ੍ਹੇ ਨੇ ਦਰਵਾਜ਼ੇ ਹੁਣ ਵੀ, ਚਲੋ COVID-19 ਕਰਕੇ ਇਹ ਸਮੱਸਿਆ ਇੱਕ ਨਹੀਂ, ਸਾਰੀਆਂ ਹੀ ਜਗ੍ਹਾ ਦੇ ਉੱਤੇ ਹੈ, ਸਾਰੀਆਂ ਥਾਵਾਂ ਦੇ ਉੱਤੇ ਹੈ। ਸਾਰੀ ਆਫਿਸ ਜਿਹੜੇ ਨੇ ਉਹ ਡਾਕਟਰ ਦੇ ਤੁਸੀਂ ਵੇਖ ਲਓ ਬਹੁਤ ਘੱਟ ਅਜੇ ਫਿਜ਼ੀਕਲੀ ਲੈ ਰਹੇ ਨੇ, ਪਰ ਇਹ ਚੱਲਦਾ ਰਹਿਣਾ ਵੇ। ਤੇ ਮੇਰੇ ਖਿਆਲ ਦੇ ਵਿੱਚ ਇਹਦੇ ਨਾਲ ਜਿਹੜੇ ਮਾੜਾ ਮੋਟਾ ਕੋਈ ਕੰਮ ਕਰਨ ਵਾਲੇ ਬੰਦੇ ਨੇ ਨਾ ਗਲਤ, ਉਹ ਸੁਧਰ ਸਕਦੇ ਨੇ ਤੇ ਸੁਧਾਰ ਹੋਰ ਆ ਸਕਦਾ। ਅੱਛਾ, 311 ਆਮ ਵੇਖਿਆ ਜਾਂਦਾ ਕਿ ਇੰਟਰਸੈਕਸ਼ਨ ਦੇ ਉੱਤੇ ਵੱਡੇ ਵੱਡੇ ਜਿੱਥੇ ਗੱਡੀ ਖਿਲਾਰਦੇ ਆ, ਉੱਥੇ ਵੀ ਕਈਆਂ ਜਗ੍ਹਾ ਤੇ ਬੜੇ ਤਰ੍ਹਾਂ ਦੇ ਇਸ਼ਤਿਹਾਰਬਾਜ਼ੀ ਜਿਹੜੀ ਆ, ਛੋਟੇ ਛੋਟੇ ਪੈਂਫਲੇਟ ਜਿਹੇ ਲਾਏ ਹੁੰਦੇ ਨੇ, ਹਾਂਜੀ। ਉਹ ਪਤਾ ਲੱਗਾ ਤੁਹਾਡੀ ਖਬਰ ਪੜ੍ਹ ਕੇ ਮੈਂ ਹੱਸ ਰਿਹਾ ਸੀਗਾ ਵੀ ਹੁਣ ਜੌਲ ਸਾਹਿਬ ਮੈਨੂੰ ਲੱਗਦਾ ਇੱਧਰ ਹੱਥ ਧੋ ਕੇ ਪਏ ਨੇ। 311 ਇਹ 311 ਕੀ ਹੈ, ਇਹਦੇ ਬਾਰੇ ਦੱਸ ਦਿਓ ਪਲੀਜ਼। ਇੱਕ ਹੋਰ ਆ ਯਾਰ ਉਹ 311, ਹਾਂਜੀ। ਦੇਖੋ, ਨਕਸ਼ਾ ਚੁੱਕ ਕੇ ਦੇਖਿਆ ਜਾਵੇ ਤੇ ਦੁਨੀਆ ਤੇ ਕੋਈ ਮੁੱਠੀ ਕੁ ਪਰ ਗਿਣਤੀ ਦੇ ਮੁਲਕ ਆ ਜਿਹੜੇ ਨੰਬਰ 1 ਆ, ਹਾਂਜੀ। ਨੰਬਰ 1 ਹੋਣ ਚ ਵੱਡੀ ਕੰਟਰੀਬਿਊਸ਼ਨ ਇਸ ਗੱਲ ਦੀ ਆ ਕਿ ਜਨਰਲ ਪਬਲਿਕ, ਲੋਕ, ਸਰਕਾਰਾਂ ਤੇ ਪੁਲਿਸਾਂ ਇੱਕ ਟੀਮ ਹੈ, ਇੱਕ ਦੂਸਰੇ ਦੀ ਇਨਫੋਰਮੇਸ਼ਨ ਤੇ ਡਿਪੈਂਡੈਂਟ ਨੇ। ਜੀ ਜੀ। ਜਿਨ੍ਹਾਂ ਦੇਸ਼ਾਂ ਦੇ ਵਿੱਚ ਲੋਕਾਂ ਨੇ ਇਹ ਗੱਲ ਬਣਾਈ ਆ ਵੀ ਆਪ ਆਪਣੀ ਜਗ੍ਹਾ ਤੇ ਬੈਠੇ ਤੇ ਬੈਠੀਆਂ ਤੇ ਹਰ ਗੱਲ ਜਿਹੜਾ ਜਾਣੀ ਕਿ ਨੁਕਸ ਸਰਕਾਰਾਂ ਦਾ, ਨੁਕਸ ਪੁਲਿਸਾਂ, ਉਹ ਤੇ ਉਹਨਾਂ ਦਾ ਤਾਂ ਹੈਗਾ ਹੀ ਹੈ।
ਪਰ ਨੰਬਰ 1 ਮੁਲਕ ਉਹ ਬਣੇ ਆ ਜਿਨ੍ਹਾਂ ਨੇ ਸਰਕਾਰਾਂ ਦੇ ਨਾਲ, ਪੁਲਿਸਾਂ ਦੇ ਨਾਲ ਦੂਰੀ ਨਹੀਂ ਬਣਾ ਕੇ ਰੱਖੀ, ਨਾਲ ਸਹਿਯੋਗ ਕਰਕੇ ਕੰਮ ਕੀਤਾ। ਜਰਾ ਕੋਈ ਮਤਲਬ ਤੜਕ ਫੜਕ ਆਂਢ ਗੁਆਂਢ ਚ ਹੋਈ ਨਹੀਂ ਤੇ 311 ਤੇ ਕਾਲ ਗਈ ਨਹੀਂ ਤੇ ਉਹਨਾਂ ਨੇ ਆ ਕੇ ਜੰਮ ਦੀ ਸੂਲ ਨੂੰ ਨੱਪਿਆ ਨਹੀਂ ਤੇ ਮਾਮਲਾ ਸਾਫ਼ ਹੋਇਆ ਨਹੀਂ। ਇਸ ਕਰਕੇ ਕਿਸੇ ਦਾ ਹੌਸਲਾ ਨਹੀਂ ਪੈਂਦਾ ਤੇ ਆਲ ਦੁਆਲ ਚ ਬੜਾ ਵਧੀਆ ਨੰਬਰ 1 ਸਿਚੁਏਸ਼ਨ ਬਣੀ ਰਹਿੰਦੀ ਹੈ। ਪਰ ਹੁਣ ਆਪਾਂ ਖਾਸ ਤੌਰ ਤੇ ਜਿਹੜੀ ਬਿਮਾਰ ਮਾਨਸਿਕਤਾ ਲੈ ਕੇ ਆਉਨੇ ਆ ਵੀ ਇੱਥੇ ਪਹੁੰਚਣ ਤੋਂ ਪਹਿਲਾਂ ਸਭ ਕੁਝ ਕੈਨੇਡਾ ਸਵਰਗ ਹੈ, ਪਹੁੰਚ ਕੇ ਟੈਚੀ ਰੱਖ ਕੇ ਫਿਰ ਨੁਕਸ ਗਿਣਨੇ ਸ਼ੁਰੂ ਕਰ ਦਿੰਦੇ ਆ, ਪਹਿਲਾਂ ਨਹੀਂ। ਅੱਛਾ, ਲੇਕਿਨ ਕਿ ਹੁਣ ਉਹਨਾਂ ਨੇ 311 ਨੰਬਰ ਐਸਟੈਬਲਿਸ਼ ਕੀਤਾ ਹੋਇਆ ਸਿਟੀ ਦੇ ਵਿੱਚ, ਕਿਸੇ ਤਰ੍ਹਾਂ ਦੀ ਵੀ ਸਰਵਿਸ ਬਾਰੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਤੇ ਕਾਲ ਕਰੋ, ਉਹਦੇ ਤੇ ਕਾਲ ਕੀਤੀ ਜਾ ਸਕਦੀ ਆ। ਐਪ ਵੀ ਹੈਗੀ ਆ, ਵੈਬਸਾਈਟ ਵੀ ਹੈਗੀ ਆ, ਫੋਨ ਵੀ ਹੈਗਾ ਆ। ਵੀ ਕਿਸੇ ਵੀ ਤਰ੍ਹਾਂ ਦੀ ਸਿਟੀ ਬਾਈਲਾ ਦੀ ਤੁਹਾਨੂੰ ਇਨਫੈਕਸ਼ਨ ਕੋਈ ਵਾਇਓਲੇਸ਼ਨ ਨਜ਼ਰ ਆ ਰਹੀ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਗਲਤ ਸਾਈਨ ਲੱਗੇ ਹੋਏ ਨੇ, ਵੀ ਉਹ ਰਿਪੋਰਟ ਕਰ ਦਿਓ, ਰਿਪੋਰਟ ਕਰ ਦਿਓ। ਹੁਣ ਆਪਣੀ ਮਾਨਸਿਕਤਾ ਹੈ ਵੀ ਇਹਨਾਂ ਨੂੰ ਆਪ ਨਹੀਂ ਦਿਸਦਾ, ਉਹ ਠੀਕ ਹੈ ਜੀ, ਉਹਨਾਂ ਨੂੰ ਨਹੀਂ ਦਿਸਿਆ ਪਰ ਸਾਨੂੰ ਤੇ ਦਿਸ ਪਿਆ ਨਾ, ਕਿਉਂਕਿ ਵੀ ਆਪਾਂ ਵੀ ਬਰਾਬਰ ਦੇ ਰੈਜ਼ੀਡੈਂਟ ਹਾਂ ਤੇ ਰਿਪੋਰਟ ਕਰਨ ਚ ਹਰਜ ਕੀ ਹੈ? ਬਿਲਕੁਲ, ਇੱਥੋਂ ਦਾ ਕਲਚਰ ਹੈ। ਇਹ ਦੇਖਣਾ ਵੀ ਉਹਨਾਂ ਨੂੰ ਨਹੀਂ ਦਿਸਿਆ ਤੇ ਜੇ ਸਾਨੂੰ ਦਿਸਿਆ ਤੇ ਅਸੀਂ ਕੀ ਕੀਤਾ, ਦੇਖ ਕੇ ਅਸੀਂ ਵੀ ਨਹੀਂ ਆਪਣੀ ਜ਼ਿੰਮੇਵਾਰੀ ਨਿਭਾਈ। ਇਹ ਇੱਥੋਂ ਦਾ ਕਲਚਰ ਇਹ ਸਮਝਦਾ ਵੀ ਜੇ ਸਾਨੂੰ ਦਿਸ ਪਿਆ ਸੀ ਤਾਂ ਅਸੀਂ ਦੱਸ ਦਿੰਦੇ, ਉਹਨਾਂ ਨੂੰ ਨਹੀਂ ਦਿਸਿਆ। ਸੋ ਇਸ ਕਰਕੇ ਯਾਦ ਆ ਪਿਛਲੇ ਦਿਨੀ ਕੋਈ ਭਾਈ ਸਾਹਿਬ ਸੀਗੇ, ਉਹ ਕਹਿੰਦੇ ਵੀ ਡਾਕ ਦੀਆਂ ਚਿੱਠੀਆਂ ਜਿੱਥੋਂ ਲੈਣ ਜਾਈਦੀਆਂ ਨਾ, ਉੱਥੇ ਗੰਦਗੀ ਖਿਲਾਰੀ ਹੋਈ ਸੀ ਵੀ ਆ ਸਾਈਨ ਲਾਤਾ, ਕੰਸਟਰਕਸ਼ਨ ਕਰਾਓ ਜੀ, ਆ ਤੁਸੀਂ ਕੋਈ ਬੇਸਮੈਂਟ ਕਿਰਾਏ ਤੇ ਦੇਣੀ ਆ, ਇਦਾਂ ਚੇਪੀਆਂ ਹੋਈਆਂ। ਉਹਦੀਆਂ ਫੋਟੋਆਂ ਖਿੱਚ ਕੇ ਵੀਡੀਓ ਬਣਾ ਕੇ ਉਹਨਾਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ, ਹਨਾ, ਕਿਸੇ ਨੂੰ ਕੁਝ, ਤੁਹਾਨੂੰ ਇੱਥੇ ਤੋਂ ਇਹ ਥੋੜਾ ਵੀ ਆਂਢ ਗੁਆਂਢ ਚ ਕੁਝ ਹੋਇਆ ਤਾਂ ਤੁਸੀਂ ਆਪ ਲੜਨ ਜਾਣਾ, ਤੁਸੀਂ 311 ਤੇ ਕਾਲ ਕਰਨੀ ਵੀ ਆਹ ਗੱਲ ਹੈ। ਆਪੇ ਆ ਕੇ ਦੇਖਣਗੇ, ਆਪੇ ਹੀ ਸੂਲ ਨੂੰ ਮਿੱਧਣਗੇ ਆ ਕੇ, ਉੱਥੇ ਵੇਲੇ ਤੁਸੀਂ ਦੇਖਣਾ। ਅੱਛਾ, ਉਹ ਜਦੋਂ 311 ਤੇ ਗਈਆਂ ਫੋਟੋਆਂ, ਹੁਣ ਸਾਰੀਆਂ ਇਨਫੋਰਮੇਸ਼ਨ ਤੇ ਇਸ਼ਤਿਹਾਰ ਦੇ ਉੱਤੇ ਹੀ ਹੁੰਦੀ ਆ, ਉੱਥੇ ਫਿਰ ਨਾਲੇ ਉਹ ਕੰਪਨੀਆਂ ਨੂੰ ਵਕਤ ਪਾਇਆ, ਉਹਨਾਂ ਨੂੰ ਟਿਕਟਾਂ ਭੇਜੀਆਂ, ਨਾਲੇ ਉੱਥੇ ਸਫਾਈ ਕਰਕੇ ਗਏ। ਉਦੋਂ ਦੀ ਕਿਸੇ ਦੀ ਜ਼ਰੂਰਤ ਨਹੀਂ ਪਈ ਵੀ ਉੱਥੇ ਆ ਕੇ ਸਾਈਨ ਲਾ ਜਾਵੇ। ਸੋ ਇਸ ਕਰਕੇ ਜਿੰਨਾ ਚਿਰ ਤੁਸੀਂ ਲੋਕ ਉਡੀਕੀ ਜਾਂਦੇ ਆ, ਜਾਂ ਗੰਦਗੀ ਤੇ ਕਈ ਵਾਰੀ ਆਪ ਵੀ ਖਿਲਾਰੀ ਜਾਂਦੇ ਆ ਉੱਥੇ ਤੇ ਕਈ ਦੂਜਿਆਂ ਨੂੰ ਜਾਂਦੇ ਆ। ਸੋ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਲੋਕ ਅਵੇਅਰ ਨੇ, ਕੋਈ ਹਰਿਆ ਬੂਟਾ ਥੋੜੇ ਹੈਗੇ ਨੇ, ਹੁਣ ਵੱਧ ਰਹੇ ਨੇ ਜਦੋਂ ਦੀਆਂ ਕੰਪੇਨਾਂ ਆਪਾਂ ਚਲਾਈਆਂ ਹੋਈਆਂ ਨੇ ਨਾ ਅਵੇਅਰਨੈਸ ਦੀਆਂ। ਸੋ ਇਸ ਕਰਕੇ ਕਾਫਲਾ ਵੱਡਾ ਜ਼ਰੂਰ ਹੋ ਰਿਹਾ। ਗੈਰਤਾਂ ਅਣਖਾਂ ਜਿਹੜੀਆਂ ਮਰੀਆਂ ਸੀ ਉਹ ਜਾਗ ਜ਼ਰੂਰ ਰਹੀਆਂ ਨੇ, ਹੁਣ ਧੰਨਵਾਦੀਆਂ ਜਿਨ੍ਹਾਂ ਦੀਆਂ ਜਾਗ ਰਹੀਆਂ ਨੇ। ਸੋ ਇਸ ਕਰਕੇ ਜੀ ਵੀ ਉਹ ਜੇ ਹੁਣ ਅਸੀਂ ਚਾਹੁੰਦੇ ਹਾਂ ਵੀ ਬਰੈਂਪਟਨ ਸ਼ਹਿਰ ਨੰਬਰ 1 ਸੀਗਾ ਸਾਡੇ ਆਉਣ ਤੋਂ ਪਹਿਲਾਂ ਤੇ ਰਵੇ ਵੀ, ਤੇ ਫਿਰ ਨਾਲ ਥੋੜਾ ਜਿਹਾ ਕੋਆਪਰੇਟ ਕਰਨਾ ਪੈਣਾ ਸਿਸਟਮ ਦੇ, ਹਨਾ ਜੀ। ਇਹ ਉਹਨਾਂ ਇਲਾਕਿਆਂ 'ਚ ਹੀ ਗੰਦਗੀਆਂ ਆ ਜਿੱਥੇ ਲੋਕ ਕੋਆਪਰੇਟ ਨਹੀਂ ਕਰਦੇ, ਸਿਸਟਮ ਤੋਂ ਹੀ ਆਸ ਰੱਖਦੇ ਵੀ ਉਹ ਆਪ ਹੀ ਆ ਕੇ ਚੱਕੇ। ਜੀ ਜੀ, ਠੀਕ ਆ, ਉਹਨਾਂ ਨੂੰ ਨਹੀਂ ਦੱਸਿਆ, ਤੁਸੀਂ ਦੱਸ ਦਿਓ। ਤੁਸੀਂ ਕੁਝ ਏਰੀਆਜ਼ ਵਿੱਚ ਚਲੇ ਜਾਓ ਜਿੱਥੇ ਬਹੁਤ ਵਧੀਆ ਸਫਾਈਆਂ, ਸਭ ਕੁਝ ਠੀਕ ਠਾਕ ਆ, ਮੀਨਸ ਕਿ ਨੇਬਰਹੁੱਡ ਤੇ ਲੋਕ ਅਵੇਅਰ ਆ। ਜਰਾ ਕੁਝ ਹੀਲ ਹੁਜਤ ਹੋਵੇ 311 ਤੇ ਕਾਲ ਜਾਂਦੀ ਆ, ਕਾਲ ਜਾਂਦੀ, ਉਹ ਆ ਕੇ ਸਰਵ ਕਰਦੇ ਨੇ। ਠੀਕ ਆ। ਸੋ ਇਸ ਕਰਕੇ ਉਹ ਜਿੱਦਾਂ ਕਹਿੰਦੇ ਵੀ ਮਾਂ ਨੂੰ ਵੀ ਫੇਰ ਹੀ ਪਤਾ ਲੱਗਦਾ ਜੇ ਬੱਚਾ ਰੋਵੇ ਵੀ ਇਹਨੂੰ ਦੁੱਧ ਦੀ ਲੋੜ। ਉਹ ਭਾਈ ਸਾਹਿਬ ਜੀ, ਜੇ ਆਲੇ ਦੁਆਲੇ ਦੇ ਵਿੱਚ ਕੁਝ ਹੋ ਰਿਹਾ, ਉਹਨਾਂ ਨੂੰ ਆਪ ਨਹੀਂ ਪਤਾ ਲੱਗਾ ਤੇ ਉਹਨਾਂ ਨੂੰ ਦੱਸ ਦਿਓ 311। ਬਾਕੀ ਵੀ ਤੇ ਫੋਨਾਂ ਤੇ ਇੰਨੀ ਦੇਰ ਲੱਗੇ ਹੀ ਰਹਿੰਦੇ ਸਾਰਾ ਦਿਨ। ਐਨੋਨਿਮਸ ਕਾਲ ਹੈ, ਉਹਨਾਂ ਨੇ ਕਿਹੜਾ ਪੁੱਛਣਾ ਵੀ ਕਿੰਨੇ ਕੀਤੀ ਹੈ। ਤੁਸੀਂ ਤੇ ਜਗ੍ਹਾ ਦੱਸ ਦੇਣੀ ਵੀ ਇਸ ਜਗ੍ਹਾ ਤੇ ਆਹ ਪੋਜੀਸ਼ਨ, ਤੁਹਾਡਾ ਨਾਂ ਗੁਪਤ ਰੱਖਿਆ ਜਾਂਦਾ ਜੀ ਇਨਫੋਰਮੇਸ਼ਨ ਦੇ। ਬਿਲਕੁਲ। ਸੋ ਇਸੇ ਕਰਕੇ ਜਿੰਨਾ ਇਹ ਬੇਈਮਾਨਾਂ ਤੇ ਬੇਈਮਾਨਣੀਆਂ ਦੇ ਹੌਸਲੇ ਵਧੇ ਆ, ਬਾਹਰੋਂ ਆਏ ਹੋਏ ਲੋਕਾਂ ਦੇ, ਖਾਸ ਤੌਰ ਤੇ ਇੱਥੇ ਚੋਰੀਆਂ ਚਕਾਰੀਆਂ ਕਰਨ ਨੂੰ, ਬੇਈਮਾਨੀਆਂ ਝੂਠਾਂ ਦੇ ਨਾਲ ਲਾਇਸੈਂਸ ਲੈਣ ਨੂੰ, ਇਹ ਇਸ ਕਰਕੇ ਕਿ ਆਮ ਜਨਤਾ ਚੁੱਪ ਹੈ। ਆਮ ਜਨਤਾ ਚੁੱਪ ਹੈ। ਆਮ ਜਨਤਾ ਨੂੰ ਪਤਾ ਵੀ ਆ ਵੀ ਕੌਣ ਕੀ ਕਰ ਰਿਹਾ, ਕੀ ਕਰ ਰਹੀ ਆ। ਆਮ ਤੌਰ ਤੇ ਕਿਹਾ ਜਾਂਦਾ ਫਲਾਨਾ ਐ ਕਰਦਾ ਜੀ, ਢਿਮਕਾ ਐ ਕਰਦਾ ਜੀ, ਬਸ ਇੱਥੇ ਗੱਲ ਨਿਬੇੜ ਦੇਣੀ ਆ। ਇਸ ਕਰਕੇ ਜਿਹੜੀ ਸਿਉਂਕ ਤੇ ਘੁਣ ਵੱਧ ਰਿਹਾ, ਤੁਹਾਡੇ ਮੁਲਕ ਨੂੰ ਖਾ ਰਿਹਾ। ਕੈਨੇਡੀਅਨ ਜੇਬ ਦੇ ਵਿੱਚ ਪਾਸਪੋਰਟ ਹੈਗਾ ਨਾ ਕੈਨੇਡੀਅਨ, ਤੇ ਫਿਰ ਸਾਨੂੰ ਥੋੜੀ ਜਿਹੀ ਸੰਗ ਕਰ ਲੈਣੀ ਚਾਹੀਦੀ, ਅੰਡਰਸਟੈਂਡ ਕਰ ਲੈਣਾ ਚਾਹੀਦਾ ਵੀ ਕੈਨੇਡੀਅਨ ਹੋਣ ਦਾ ਮਤਲਬ ਕੀ ਹੈ। ਬਹੁਤ ਸ਼ੁਕਰੀਆ ਜੌਲ ਸਾਹਿਬ, ਥੈਂਕ ਯੂ ਜੀ, ਚਾਵਲਾ, ਧੰਨਵਾਦ, ਸਤਿ ਸ੍ਰੀ ਅਕਾਲ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।